ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡੇ ਸਾਰਿਆਂ ਦਾ ਇਨ ਫੋਕਸ ਦੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਟੋਰਾਂਟੋ ਤੋਂ ਮੈਂ ਹਾਂ ਜਸਲੀਨ ਕੌਰ। ਸਾਡੇ ਅੱਜ ਦੇ ਖਾਸ ਮਹਿਮਾਨ ਹਨ ਅਵਲ ਟੈਕਨੋਲੋਜੀ ਦੇ CEO ਦਾਰਾ ਨਾਗਰਾ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ PTC ਪੰਜਾਬੀ ਤੇ। ਜਸਲੀਨ, ਤੁਹਾਡਾ ਵੀ ਵੈਲਕਮ ਟੂ ਆਵਰ ਆਫਿਸ ਤੇ ਮੇਰੇ ਵੱਲੋਂ ਤੁਹਾਨੂੰ ਤੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਦਾਰਾ ਨਾਗਰਾ ਜੀ, ਜਦੋਂ ਵੀ ਟਰੱਕਿੰਗ ਇੰਡਸਟਰੀ ਦੀ ਗੱਲ ਆਉਂਦੀ ਹੈ ਅਸੀਂ ਹਮੇਸ਼ਾ ਤੁਹਾਡੇ ਕੋਲ ਆਉਂਦੇ ਹਾਂ, ਤੁਹਾਡੇ ਐਕਸਪੀਰੀਐਂਸਿਸ ਦੀ ਗੱਲ ਕਰਦੇ ਹਾਂ, ਇਨਫੋਰਮੇਸ਼ਨ ਤੁਹਾਡੇ ਤੋਂ ਲੈਂਦੇ ਹਾਂ। ਅੱਜ ਵੀ ਟਰੱਕਿੰਗ ਇੰਡਸਟਰੀ ਦੀ ਅਸੀਂ ਗੱਲ ਕਰਾਂਗੇ। ਟੈਕਨੋਲੋਜੀ ਜਿਹੜੀ ਹੈ ਟਰੱਕਿੰਗ ਇੰਡਸਟਰੀ ਦੇ ਵਿੱਚ ਇੱਕ ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ। ਸੋ ਅਵਲ ਟੈਕਨੋਲੋਜੀ ਵੱਲੋਂ ਹੁਣ ਤੱਕ ਟਰੱਕਿੰਗ ਇੰਡਸਟਰੀ ਦੇ ਵਿੱਚ ਕਿਹੜੇ ਯੋਗਦਾਨ, ਕਿਹੜੀ ਕੰਟਰੀਬਿਊਸ਼ਨਸ ਕੀਤੀਆਂ ਗਈਆਂ ਨੇ? ਜਿਵੇਂ ਕਿ ਜਸਲੀਨ ਤੁਹਾਨੂੰ ਦੱਸਿਆ ਕਿ ਟਰੱਕਿੰਗ ਬਹੁਤ ਅਹਿਮ ਇੰਡਸਟਰੀ ਆ ਐਂਡ ਸਪੈਸ਼ਲੀ ਆਪਣਾ ਜਿਹੜਾ ਭਾਈਚਾਰਾ, ਆਪਣੀ ਕਮਿਊਨਿਟੀ ਆ, ਉਹ ਬਹੁਤ ਵੱਡਾ ਯੋਗਦਾਨ ਟਰੱਕਿੰਗ ਇੰਡਸਟਰੀ ਵਿੱਚ, ਨਾ ਕਿ ਸਿਰਫ ਕੈਨੇਡਾ ਤੇ US ਦੇ ਵਿੱਚ ਵੀ ਬਹੁਤ ਵੱਡੀ ਆਪਣੀ ਕਮਿਊਨਿਟੀ ਆ ਜਿਹੜੀ ਟਰੱਕਿੰਗ ਰਨ ਕਰ ਰਹੀ ਆ। ਪਰ ਅਸੀਂ ਜਦੋਂ ਅਵਲ ਸ਼ੁਰੂ ਕੀਤੀ ਸੀ 2003 ਦੇ ਵਿੱਚ, ਤੇ ਮੇਰੇ ਪਹਿਲੇ ਦਿਨ ਤੋਂ ਇਹ ਸੁਪਨਾ ਸੀ ਕਿ ਮੇਰਾ ਸਹੀ ਬੈਕਗਰਾਊਂਡ ਟੈਕਨੋਲੋਜੀ ਦਾ, ਤੇ ਮੈਂ ਸੌਫਟਵੇਅਰ ਇੰਜੀਨੀਅਰਿੰਗ ਕੀਤੀ ਆ। ਪਹਿਲਾਂ US ਕੰਮ ਕਰਦਾ ਸੀ, ਉੱਥੇ ਵੀ ਸੌਫਟਵੇਅਰ ਜਿਹੜੇ ਸਪਲਾਈ ਚੇਨ ਮੈਨੇਜਮੈਂਟ ਸੌਫਟਵੇਅਰ ਦਾ ਕੰਮ ਸੀ, ਉਹ ਉੱਥੇ ਮੈਂ ਕੰਮ ਕਰਦਾ ਸੀ। ਤੇ ਫਿਰ ਮੈਂ ਕਿਹਾ ਸੀ ਕਿ ਜਿਹੜੀ ਟੈਕਨੋਲੋਜੀ ਆ ਇਹਨੂੰ ਆਪਣੀ ਕਮਿਊਨਿਟੀਜ਼, ਆਪਣੇ ਬਿਜ਼ਨਸ ਕਿੱਦਾਂ ਫਾਇਦਾ ਕੀਤਾ ਜਾਵੇ। ਤੇ ਮੈਂ ਫਿਰ 2006 ਚ ਫੁੱਲ ਟਾਈਮ ਆਇਆ ਤੇ ਉਸ ਤੋਂ ਬਾਅਦ ਸਾਡਾ 100% ਫੋਕਸ ਹੋ ਗਿਆ ਸੀ ਕਿ ਅਸੀਂ ਜਿਹੜੀਆਂ ਆਪਣੀ ਟੈਕਨੋਲੋਜੀ ਰਿਲੇਟਡ ਜਿਹੜੇ ਸੇਵਾਵਾਂ ਦੇਣੀਆਂ ਆ, ਅਸੀਂ ਟਰੱਕਿੰਗ ਇੰਡਸਟਰੀ ਰਿਲੇਟਡ ਦੇਣੀਆਂ, ਤਾਂ ਕਿ ਅਸੀਂ ਆਪਣੀ ਬਿਜ਼ਨਸਿਸ ਨੂੰ, ਆਪਣੀ ਟਰੱਕਿੰਗ ਕੰਪਨੀਆਂ ਨੂੰ ਕਾਮਯਾਬ ਕਰੀਏ। ਤੇ ਕਿਉਂਕਿ ਟਰੱਕਿੰਗ ਦੇ ਵਿੱਚ ਪਹਿਲਾਂ ਇਦਾਂ ਸੀ ਜਸਲੀਨ ਕਿ ਸਾਡੀ ਜਿਹੜੀ ਕਮਿਊਨਿਟੀ ਸੀ ਜ਼ਿਆਦਾ ਡਰਾਈਵਿੰਗ ਸਾਈਡ ਤੇ ਸੀ ਕਿ ਅਸੀਂ ਟਰੱਕ ਡਰਾਈਵ ਕਰਦੇ ਸੀ, ਪਰ ਜਦੋਂ ਅਸੀਂ ਬਿਜ਼ਨਸ ਦੀ ਕੰਮ ਕਰਦੇ ਸੀ ਨਾ ਤਾਂ ਅਸੀਂ ਪਿੱਛੇ ਸੀ। ਤਾਂ ਅਸੀਂ ਫਿਰ 2006 ਦੇ ਵਿੱਚ ਪਹਿਲਾਂ ਤਾਂ ਅਸੀਂ ਇਹਦੀ ਟੈਕਨੋਲੋਜੀ ਤੋਂ ਪਹਿਲਾਂ ਅਸੀਂ ਇੱਕ ਪ੍ਰੋਗਰਾਮ ਟ੍ਰੇਨਿੰਗ ਦਾ ਡਿਜ਼ਾਈਨ ਕੀਤਾ ਸੀ ਕਿ ਜੇ ਅਸੀਂ ਟਰੱਕਿੰਗ ਨੂੰ ਐਜ਼ ਅ ਬਿਜ਼ਨਸ ਲੈਣਾ ਆ, ਇਹ 'ਚ ਕਾਮਯਾਬ ਹੋਣਾ ਆ, ਤੇ ਪਹਿਲਾਂ ਐਜੂਕੇਸ਼ਨ ਬਹੁਤ ਜ਼ਰੂਰੀ ਆ ਕਿ ਅਸੀਂ ਐਜੂਕੇਟ ਕਰੀਏ, ਆਪਣੀ ਕਮਿਊਨਿਟੀ ਨੂੰ ਦੱਸੀਏ ਕਿ ਟਰੱਕਿੰਗ ਜੇ ਐਜ਼ ਅ ਬਿਜ਼ਨਸ ਕਿੱਦਾਂ ਰਨ ਕਰੀਦਾ ਆ, ਤੇ ਫਿਰ ਇਹਦੇ ਵਿੱਚ ਜਦ ਰਨ ਕਰਨਾ ਕਿੱਦਾਂ ਟੈਕਨੋਲੋਜੀ ਹੈਲਪ ਕਰਦੀ ਆ। ਤੇ ਪਹਿਲਾਂ ਅਸੀਂ ਟ੍ਰੇਨਿੰਗ ਲਿਆਂਦੀ, ਫਿਰ ਅਸੀਂ ਕੰਸਲਟਿੰਗ ਸ਼ੁਰੂ ਕੀਤੀ ਕਿ ਤਾਂ ਕਿ ਕੰਸਲਟਿੰਗ ਪ੍ਰੋਵਾਈਡ ਕਰ ਸਕੀਏ ਕਿ ਜਿਹੜੇ ਵੀ ਕਿਸੇ ਨੂੰ, ਕਿਉਂਕਿ ਇਹ ਬਹੁਤ ਵੱਡੀ ਰੈਗੂਲੇਟਡ ਇੰਡਸਟਰੀ ਆ, ਕਿ ਕਿਸੇ ਨੂੰ ਕੋਈ ਸੌਫਟਵੇਅਰ ਜਾਂ ਕਿਸੇ ਨੂੰ ਕੋਈ ਵੀ ਪਰਮਿਟ ਚਾਹੀਦਾ ਆ, ਉਹਦੇ ਲਈ ਸਾਡੀ ਅਵਲ ਕੰਸਲਟਿੰਗ ਸਰਵਿਸ ਦਿੰਦੀ ਆ। ਤੇ ਤੀਜੀ ਅਸੀਂ ਟੈਕਨੋਲੋਜੀ, ਕਿ ਜਿਹੜਾ ਤੁਸੀਂ ਟਰੱਕਿੰਗ ਆਪਰੇਸ਼ਨ ਨੂੰ ਕਿੱਦਾਂ ਐਫੀਸ਼ੀਐਂਟਲੀ ਰਨ ਕਰਨਾ ਆ। ਹੁਣ ਦੇਖੋ, ਟਰੱਕ ਦਾ ਰੋਡ ਤੇ ਹੋਣਾ ਇੰਨਾ ਜ਼ਿਆਦਾ ਅਹਿਮ ਨਹੀਂ ਕਿ ਉਸ ਰੋਡ ਤੇ ਜਦੋਂ ਹੁੰਦਾ ਹੈ ਤੇ ਪੈਸੇ ਬਣਾਵੇ, ਤੇ ਜਿਹੜੇ ਸਾਡੇ ਸੌਫਟਵੇਅਰ ਹੈ ਨਾ ਉਹ ਸਾਰਾ ਪ੍ਰੋਪਰਲੀ ਐਨਾਲਿਸਿਸ ਕਰਦੇ ਆ ਕਿ ਤੁਸੀਂ ਕਿਹੜਾ ਲੋਡ ਚੁੱਕਦੇ ਆ, ਉਹਦੇ ਵਿੱਚ ਤੁਹਾਡੀ ਪ੍ਰੋਫਿਟੇਬਿਲਿਟੀ ਕੀ ਆ, ਤੁਹਾਡੀ ਜਿਹੜੀ ਟਰੱਕਿੰਗ ਦੀ ਆ ਉਹ ਤੁਹਾਨੂੰ ਫਾਇਦੇ ਹੈਗਾ ਕਿ ਬਾਏ ਦਾ ਐਂਡ ਆਫ ਦਾ ਈਅਰ ਤੁਸੀਂ ਟਰੱਕ ਲਿਆ ਆ, ਉਹਦੀ ਮੇਨਟੇਨੈਂਸ ਪਾ ਕੇ ਕਿ ਤੁਸੀਂ ਕੋਲੋਂ ਤਾਂ ਨਹੀਂ ਪੈਸੇ ਪਾ ਰਹੇ ਕਿ ਇਹ ਟਰੱਕ ਤੁਹਾਨੂੰ ਕੋਈ ਆਮਦਨ ਦੇ ਰਿਹਾ। ਉਹ ਸਾਰਾ ਸਾਡੀ ਜਿਹੜੀ ਸੌਫਟਵੇਅਰ ਆ ਉਹ ਇੱਕ ਤਾਂ ਸਾਰੀ ਫਲੀਟ ਨੂੰ ਮੈਨੇਜ ਕਰਨ 'ਚ ਹੈਲਪ ਕਰਦੇ ਆ। ਫਿਰ ਆਰਡਰ ਮੈਨੇਜਮੈਂਟ, ਕਿ ਸਾਡਾ ਟਰੱਕਿੰਗ ਐਜ਼ ਅ ਸਰਵਿਸ, ਤੁਹਾਨੂੰ ਆਰਡਰ ਆਉਂਦੇ ਆ, ਉਹਨਾਂ ਨੂੰ ਕਿੱਦਾਂ ਫੁੱਲਫਿਲ ਕਰਨਾ ਆ, ਕਿੱਦਾਂ ਉਹਨੂੰ ਟਾਈਮ ਸਿਰ ਡਿਲੀਵਰ ਕਰਨਾ ਆ, ਕਿੱਦਾਂ ਕਸਟਮਰ ਨੂੰ ਅਪਡੇਟ ਰੱਖਣਾ ਆ, ਉਹ ਸਾਡੇ ਸਾਰਾ ਆਰਡਰ ਮੈਨੇਜਮੈਂਟ ਹੁੰਦਾ। ਤੇ ਤੀਜਾ ਬਹੁਤ ਵੱਡਾ ਟਰੱਕਿੰਗ 'ਚ ਹੁੰਦਾ ਆਪਰੇਸ਼ਨ ਦਾ ਕੰਮ ਹੁੰਦਾ ਆ ਅਕਾਊਂਟਿੰਗ ਦਾ, ਕਿ ਤੁਸੀਂ ਡਰਾਈਵਰਾਂ ਨੂੰ ਪੇਰੋਲ ਬਣਾਉਣਾ ਆ, ਆਪਣੇ ਕਸਟਮਰਾਂ ਨੂੰ ਇਨਵਾਇਸ ਭੇਜਣੇ ਆ। ਉਹਦੇ ਲਈ ਸਾਡੇ ਜਿਹੜਾ ਅਸੀਂ ਪਹਿਲਾਂ ਸ਼ੁਰੂ ਕੀਤਾ ਸੀ, ਸਾਡੇ ਸੌਫਟਵੇਅਰ ਦਾ ਨਾਮ ਸੀ ਅਵਲ ਐਕਸਪ੍ਰੈਸ। ਉਹ ਡੈਸਕਟਾਪ ਸੌਫਟਵੇਅਰ ਸੀ, ਲੋਕਲ ਆਪਣੇ ਡੈਸਕਟਾਪ ਤੇ ਸਾਰੀ ਕੰਪਨੀਆਂ ਇੰਸਟਾਲ ਕਰਦੀਆਂ ਸੀਆਂ। ਪਰ ਅੱਜ ਕੱਲ੍ਹ ਕਲਾਊਡ ਦਾ ਜ਼ਮਾਨਾ ਤੁਸੀਂ ਸੁਣਿਆ, ਜਿੱਦਾਂ ਕਿ ਜਿੱਥੋਂ ਮਰਜ਼ੀ ਤੁਸੀਂ ਆਪਣੀ ਕੰਪਨੀ ਨੂੰ ਲੌਗ ਇਨ ਕਰਕੇ ਇਨਫੋਰਮੇਸ਼ਨ ਲੈ ਲਓ। ਹੁਣ ਸਾਡੇ ਨਵਾਂ ਜਿਹੜਾ ਸੌਫਟਵੇਅਰ ਆ, ਇਹਦਾ ਨਾਮ ਹੈਗਾ ਅਵਲ ਫਰੇਟ ਮੈਨੇਜਮੈਂਟ। ਇਹ ਕਲਾਊਡ ਬੇਸਡ ਸੌਫਟਵੇਅਰ ਆ, ਇਹ ਤੁਸੀਂ ਜਿੱਥੋਂ ਮਰਜ਼ੀ ਲੌਗ ਇਨ ਕਰਕੇ ਆਪਣਾ ਸਾਰਾ ਮੈਨੇਜ ਟਰੱਕਿੰਗ ਦਾ ਆਪਰੇਸ਼ਨ ਕਰ ਸਕਦੇ ਹੋ। ਸੋ ਮੇਨਲੀ ਸਾਡੀ ਇਹ ਐਜੂਕੇਸ਼ਨ, ਕੰਸਲਟਿੰਗ ਤੇ ਸੌਫਟਵੇਅਰ ਟੈਕਨੋਲੋਜੀ 'ਚ ਅਸੀਂ ਮੇਨ ਸੇਵਾਵਾਂ ਦਿੰਦੇ ਹਾਂ। ਤੇ ਚੌਥਾ ਅਸੀਂ ਜਿਹੜਾ ਬਾਰਡਰ ਕ੍ਰਾਸਿੰਗ 'ਚ ਹੈਲਪ ਕਰਦੇ ਹਾਂ। ਕੈਨੇਡਾ US ਦੀ ਟ੍ਰੇਡ ਆ, ਉਹਨੂੰ ਕਿੱਦਾਂ ਤੁਸੀਂ ਐਫੀਸ਼ੀਐਂਟਲੀ ਉਹਦਾ ਫਾਇਦਾ ਲੈਣਾ ਆ, ਕਿੱਦਾਂ ਟਰੱਕ US ਭੇਜਣਾ ਆ, ਕਿੱਦਾਂ ਵਾਪਸ ਲੈਣਾ, ਉਹਦੇ ਲਈ ਅਸੀਂ 2007 ਤੋਂ ਅਸੀਂ ਸੇਵਾਵਾਂ ਦੇ ਰਹੇ ਹਾਂ। ਉਹ ਵਨ ਆਫ ਦਾ ਆਰ ਮੇਨ ਸਰਵਿਸ ਆ ਬਾਰਡਰ ਕ੍ਰਾਸਿੰਗ ਦੇ ਲਈ। ਜੀ ਸੌਫਟਵੇਅਰਸ ਦੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਪਿਛਲੇ ਅਰਾਊਂਡ ਲਗਭਗ 15-16 ਸਾਲਾਂ ਤੋਂ ਤੁਸੀਂ ਸੌਫਟਵੇਅਰ ਦੇ ਵਿੱਚ ਕੰਮ ਕਰ ਰਹੇ ਹੋ ਟਰੱਕਿੰਗ ਇੰਡਸਟਰੀ ਲਈ। ਹੁਣ ਤੱਕ ਕਿੰਨੀ ਗਰੋਥ ਜਾਂ ਇੰਪਰੂਵਮੈਂਟ ਤੁਸੀਂ ਦੇਖੀ ਹੈ? ਦੇਖੋ, ਟੈਕਨੋਲੋਜੀ ਦਿਨ ਪਰ ਦਿਨ, ਪਹਿਲਾਂ ਜਦੋਂ ਅਸੀਂ ਦੇਖੋ ਕਦੇ ਅਸੀਂ ਜਿਹੜੇ GPS ਵਗੈਰਾ ਨਹੀਂ ਸੁਣੇ ਸੀਗੇ, ਤੇ ਜਦੋਂ ਮੈਨੂੰ ਚੇਤਾ ਉਦੋਂ ਪਹਿਲਾਂ ਅਸੀਂ ਟਰੱਕਿੰਗ ਦੇ ਡਰਾਈਵਰਾਂ ਕੋਲ ਮੈਪ ਹੁੰਦਾ ਸੀ ਕਿ ਮੈਪ ਤੋਂ ਦੇਖਦੇ ਸੀ। ਤੇ ਫਿਰ 2006 ਦੇ ਵਿੱਚ ਨਾ ਅਸੀਂ ਅਵਲ ਨੇ ਪਾਰਟਨਰਸ਼ਿਪ ਕੀਤੀ ਸੀ, ਇੱਕ US ਦੀ ਕੰਪਨੀ ਹੈ ALK, ਉਹਨਾਂ ਨੇ ਟਰੱਕ ਰੂਟ ਸਪੈਸੀਫਿਕ GPS ਲਿਆਂਦਾ ਸੀ।
ਤੇ ਅਸੀਂ ਉਹਦੇ ਆਥੋਰਾਈਜ਼ਡ ਰੀਟੇਲਰ ਬਣ ਗਏ ਸੀ ਕੈਨੇਡਾ ਦੇ ਵਿੱਚ। ਪੀਸੀ ਮੈਲਰ ਉਹ ਟਰੱਕ ਦੇ ਵਿੱਚ ਲੈਪਟਾਪ ਰੱਖਣਾ ਤੇ ਉਹਦੇ ਪਰ ਉਹ ਜਿਹੜਾ ਜੀਪੀਐਸ ਰੂਟ, ਉਹ ਜਿਹੜਾ ਜੀਪੀਐਸ ਡਾਇਰੈਕਸ਼ਨ ਸੀ ਉਹ ਟਰੱਕ ਰੂਟ ਦਿੰਦਾ ਸੀ ਤਾਂ ਕਿ ਟਰੱਕ ਦੇ ਲੋ ਬ੍ਰਿਜਸ ਨਾ ਚਲਾ ਜਾਵੇ। ਤੇ ਉਹ ਤੋਂ ਲਾ ਕੇ ਅੱਜ ਤੱਕ ਦੇਖੋ, ਹੁਣ ਅੱਜ ਕੱਲ੍ਹ ਸਾਰਾ ਕੁਝ ਸੈਲਫੋਨ ਤੇ ਆ ਗਿਆ। ਅੱਜ ਕੱਲ੍ਹ ਦੇਖੋ ਜਿਹੜੇ ਪੇਪਰ ਡਿਸਪੈਚ ਦੀ ਬਜਾਏ ਹਰੇਕ ਡਰਾਈਵਰ ਕੋਲ ਫੋਨ ਆ। ਸਾਡੇ ਜਿਹੜੇ ਸੌਫਟਵੇਅਰ ਆ ਉਹਦੇ ਕੋਲ ਫੋਨ ਐਪ ਆ। ਜਦੋਂ ਡਿਸਪੈਚਰ ਨੇ ਉਹਨੂੰ ਡਿਸਪੈਚ ਕਰਨੀ ਆ, ਫੋਨ ਐਪ ਤੇ ਡਿਸਪੈਚ ਆ ਜਾਂਦੀ ਆ ਜੀ। ਉਹ ਜਿਹੜਾ ਜੇ ਫੋਨ ਐਪ ਇੰਨਾ ਇੰਟਰੈਕਟਿਵ ਹੋ ਗਿਆ ਨਾ, ਉਹਦਾ ਤੁਸੀਂ ਕਮਿਊਨੀਕੇਸ਼ਨ ਕਰਨਾ ਆਪਣੇ ਡਿਸਪੈਚਰ ਦੇ ਨਾਲ। ਜਦੋਂ ਡਰਾਈਵਰ ਨੇ ਸ਼ਿਪਰ ਤੇ ਪਹੁੰਚਿਆ, ਉਹ ਬਟਨ ਦਬਦਾ ਕਿ ਰਾਈਡ, ਉਹ ਸੌਫਟਵੇਅਰ ਆਪਣੇ ਆਪ ਡਿਸਪੈਚਰ ਨੂੰ ਪਤਾ ਲੱਗ ਗਿਆ ਡਰਾਈਵਰ ਆਲਰੇਡੀ ਲੋਡ ਪਿਕ ਕਰ ਲਿਆ ਆ। ਜਦੋਂ ਡਿਲੀਵਰ ਕਰ ਲਿਆ, ਉਸੇ ਵੇਲੇ ਉਹਨਾਂ ਬਟਨ ਦਬਦਾ ਡਿਲੀਵਰ, ਤੇ ਉਸੇ ਵੇਲੇ ਉਹ ਜਿਹੜਾ ਫੋਨ ਤੇ ਹੀ ਪੀਓਡੀ ਸਾਈਨ ਕਰਾ ਲੈਂਦੇ ਆ। ਉੱਥੇ ਸਾਈਨ ਕਰਾਤੀ, ਉਹੀ ਪੀਓਡੀ ਇੱਕਦਮ ਸਾਡੇ ਆਫਿਸ ਆ ਜਾਣੀ ਆ। ਉਹ ਜਦੋਂ ਹੀ ਆਫਿਸ ਆਈ, ਉਸੇ ਵੇਲੇ ਤੁਸੀਂ ਉਹਨੂੰ ਪੀਓਡੀ ਨੂੰ ਨਾਲ ਅਟੈਚ ਕਰਕੇ ਆਪਣੇ ਕਸਟਮਰ ਨੂੰ, ਬ੍ਰੋਕਰ ਨੂੰ ਇਨਵਾਇਸ ਭੇਜ ਸਕਦੇ ਆ। ਤੇ ਹੁਣ ਬਹੁਤ ਤੁਸੀਂ ਦੇਖਿਆ ਕਿ ਬਹੁਤ ਆਟੋਮੇਸ਼ਨ, ਇੱਕ ਤਾਂ ਜਿਹੜੀ ਸੈਲਫੋਨ ਦੀ ਜਿਹੜੀ ਐਡਵਾਂਸਮੈਂਟ ਹੋਈ ਆ ਜਿੰਨੇ ਚਿਰ, ਉਨੀ ਜ਼ਿਆਦਾ ਟੈਕਨੋਲੋਜੀ ਅਸੀਂ ਟਰੱਕਿੰਗ ਵਿੱਚ ਦੇਖ ਰਹੇ ਹਾਂ ਕਿ ਅੱਜ ਕੱਲ੍ਹ ਟਰੱਕਿੰਗ ਜਿਹੜੀ ਮੈਂ ਕਹਿੰਦਾ ਫੁੱਲੀ, ਨਾ ਕਿ ਜਿਹੜਾ ਆਫਿਸ ਦੇ ਸਾਈਡ, ਪਰ ਡਰਾਈਵਰ ਵੀ ਪ੍ਰੋਪਰ ਆਈ ਥਿੰਕ ਟੈਕਨੋਲੋਜੀ ਦਾ ਹਿੱਸਾ ਯੂਜ਼ ਕਰ ਰਿਹਾ ਅੱਜ ਕੱਲ੍ਹ। ਜੀ ਜੀ ਬਿਲਕੁਲ, ਐਵਰੀਥਿੰਗ ਇਜ਼ ਗੋਇੰਗ ਡਿਜੀਟਲ ਨਾਓ। ਨਾਲ ਹੀ ਜੇ ਅਸੀਂ ਦੇਖੀਏ, ਜਿਸ ਤਰ੍ਹਾਂ ਤੁਸੀਂ ਆਪ ਵੀ ਕਿਹਾ ਹੈ ਕਿ ਟਰੱਕਿੰਗ ਇੰਡਸਟਰੀ ਬਹੁਤ ਰੈਗੂਲੇਟਡ ਇੰਡਸਟਰੀ ਹੈਗੀ ਹੈ, ਖਾਸ ਕਰਕੇ ਕੈਨੇਡਾ ਔਰ ਯੂਐਸ ਦਾ ਕਾਫੀ ਐਕਸਚੇਂਜ ਹੁੰਦਾ ਹੈ, ਗੁੱਡਸ ਕਾਫੀ ਟ੍ਰੇਡ ਹੁੰਦੇ ਨੇ। ਤੇ ਬਾਰਡਰ ਸਰਵਿਸਿਜ਼ ਦੀ ਗੱਲ ਕਰੀਏ, ਪਰਮਿਟਸ ਵੀ ਕਾਫੀ ਜ਼ਰੂਰਤ ਹੁੰਦੀ ਹੈ ਪਰਮਿਟਸ ਦੀ ਵੀ ਟਰੱਕਿੰਗ ਦੇ ਵਿੱਚ। ਬਾਰਡਰ ਕ੍ਰਾਸਿੰਗਸ ਦੀ ਗੱਲ ਕਰੀਏ ਤੇ ਕਿਸ ਤਰ੍ਹਾਂ ਦੀ ਸਰਵਿਸਿਜ਼ ਤੁਸੀਂ ਪ੍ਰੋਵਾਈਡ ਕਰਦੇ ਹੋ? ਹਾਂਜੀ, ਜਿੱਦਾਂ ਤੁਸੀਂ ਦੱਸਿਆ ਨਾ, ਬਹੁਤ ਰੈਗੂਲੇਸ਼ਨ ਆ। ਇੱਕ ਤਾਂ ਜਿਹੜੀ ਰੈਗੂਲੇਸ਼ਨ ਆ ਤੇ ਯੂਐਸ ਵਿੱਚ ਟੋਟਲੀ ਡਿਫਰੈਂਟ ਆ। ਯੂਐਸ ਦੇ ਵਿੱਚ ਨਾ ਟਰੱਕਿੰਗ ਹੈਗੀ ਜਿਹੜੀ ਇੰਡਸਟਰੀ, ਉਹ ਫੈਡਰਲੀ ਰੈਗੂਲੇਟਡ ਆ। ਉੱਥੇ ਫੈਡਰਲ ਗਵਰਨਮੈਂਟ ਹੈਗੀ ਆ FMCSA, ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ। ਉਹ ਸਾਰੇ ਯੂਐਸ ਦੇ ਵਿੱਚ ਜੇ ਤੁਸੀਂ ਜਿਹੜੇ ਯੂਐਸ ਕੰਪਨੀ ਨੇ ਇੰਟਰਸਟੇਟ ਕਰਨਾ ਆ, ਉਹ ਰੈਗੂਲੇਟ ਕਰਦੀ ਆ। ਕੈਨੇਡਾ ਦੇ ਵਿੱਚ ਨਾ ਸਾਡੇ ਕੋਲ ਫੈਡਰਲ ਰੈਗੂਲੇਸ਼ਨ ਨਹੀਂ ਹੈਗੀ ਟਰੱਕਿੰਗ ਦੀ। ਕੈਨੇਡਾ ਵਿੱਚ ਹਰ ਪ੍ਰੋਵਿੰਸ, ਹਰ ਇਸ ਪ੍ਰੋਵਿੰਸਲੀ ਰੈਗੂਲੇਟਡ ਆ। ਇਹ ਹਰ ਪ੍ਰੋਵਿੰਸ ਆਪਣੀ ਅਥਾਰਟੀ ਇਸ਼ੂ ਕਰਦਾ ਟਰੱਕਿੰਗ ਰਨ ਕਰਨ ਲਈ, ਤੇ ਉਹਦੇ ਕਰਕੇ ਤੁਸੀਂ ਡਿਪੈਂਡ ਕਰਦਾ ਕਿਹੜੇ ਪ੍ਰੋਵਿੰਸ ਦੇ ਵਿੱਚ। ਪਰ ਇੱਕ ਵਧੀਆ ਗੱਲ ਇਹ ਆ ਕਿ ਜਿਹੜੇ ਕੈਨੇਡਾ ਦੇ ਵਿੱਚ ਨਾ, ਤੁਸੀਂ ਇੱਕ ਪ੍ਰੋਵਿੰਸ, ਜਿਹੜੇ ਤੁਹਾਡਾ ਹੋਮ ਪ੍ਰੋਵਿੰਸ ਹੁੰਦਾ ਆ, ਉੱਥੇ ਆਪਣੀ ਟਰੱਕਿੰਗ ਕੰਪਨੀ ਰਜਿਸਟਰ ਕਰਕੇ ਉੱਥੇ ਬੇਸ ਪਰਮਿਟ ਲੈਣਾ ਪੈਂਦਾ। ਉਸ ਪਰਮਿਟ ਦੇ ਹਿਸਾਬ, ਉਹਦੇ ਬੇਸ ਤੇ ਤੁਸੀਂ ਸਾਰੇ ਕੈਨੇਡਾ ਵਿੱਚ ਜਾ ਸਕਦੇ ਆ। ਮਤਲਬ ਇਹ ਨਹੀਂ ਹੈਗਾ ਕਿ ਤੁਹਾਨੂੰ ਆਪਣੀ ਟਰੱਕਿੰਗ ਕੰਪਨੀ ਦੀਆਂ ਪਰਮਿਟ ਹਰ ਪ੍ਰੋਵਿੰਸ ਤੋਂ ਲੈਣਾ ਪੈਂਦਾ, ਪਰ ਬੇਸ ਤੁਹਾਡਾ ਹੋਮ ਪ੍ਰੋਵਿੰਸ ਤੋਂ ਲੈਣਾ ਪੈਂਦਾ ਆ। ਉਹ ਸਾਰੀ ਰੈਗੂਲੇਸ਼ਨ ਆ ਤੇ ਉਹਦੇ ਵਿੱਚ ਅਸੀਂ ਅੱਵਲ ਹੈਲਪ ਕਰਦਾ ਆ। ਤੇ ਮੇਨ ਜਿਹੜਾ, ਜਿੱਦਾਂ ਦੱਸਿਆ ਕਿ ਕੈਨੇਡਾ ਇੱਕ ਬਹੁਤ ਵੱਡਾ ਦੇਸ਼ ਆ, ਪਰ ਕੈਨੇਡਾ ਦੀ ਆਬਾਦੀ ਬਹੁਤ ਥੋੜੀ ਆ। ਇਹ ਤੁਸੀਂ ਦੇਖ ਲਓ, ਸ਼ਹਿਰ ਵੀ ਬਹੁਤ ਲਿਮਿਟਿਡ ਆ ਕਿ ਤੁਸੀਂ ਦੇਖੋ ਕਿੰਨੇ, ਜੇ ਕੈਨੇਡਾ ਮੈਟਰੋਪੋਲੀਟਨ ਸਿਟੀ ਦੇਖਣੇ ਹੋਣ, ਤੁਸੀਂ ਉਂਗਲੀਆਂ ਤੇ ਗਿਣ ਸਕਦੇ ਆ ਕਿੰਨੇ ਕੈਨੇਡਾ ਦੇ ਵਿੱਚ ਆ। ਤੇ ਜਿਹੜੀ ਜੌਬ, ਜਿਹੜੀ ਮਾਰਕੀਟ ਆ, ਜਿਹੜੀ ਇੱਥੇ ਜਿਹੜੀ ਕਸਟਮਰ ਬੇਸ ਆ ਜਾਂ ਮਾਰਕੀਟ ਆ, ਲਿਮਿਟਿਡ ਆ। ਤੇ ਉਹਦੇ ਲਈ ਅਸੀਂ ਵੀ ਆਰ ਵੈਰੀ ਥੈਂਕਫੁਲ ਕਿ ਕੈਨੇਡਾ ਯੂਐਸ ਦਾ ਬਹੁਤ ਵਧੀਆ ਨੇਬਰ ਆ। ਤੇ ਯੂਐਸ ਆ ਜਿਹੜਾ, ਉਹ ਦੁਨੀਆ ਦੀ ਸਭ ਤੋਂ ਵੱਡੀ ਇਕਨੋਮੀ ਆ। ਤੇ ਕੈਨੇਡਾ ਤੇ ਯੂਐਸ, ਇੱਕ ਮੈਕਸੀਕੋ ਵੀ ਨਾਲ ਆ। ਸਾਡੇ ਤਿੰਨਾਂ ਦੇਸ਼ਾਂ ਵਿੱਚ ਫ੍ਰੀ ਟ੍ਰੇਡ ਐਗਰੀਮੈਂਟ ਆ। ਪਹਿਲਾਂ ਤਾਂ ਉਹਦਾ ਨਾਮ ਸੀ ਨਾਫਟਾ, ਨਾਰਥ ਅਮਰੀਕਾ ਫ੍ਰੀ ਟ੍ਰੇਡ ਐਗਰੀਮੈਂਟ, ਪਰ ਹੁਣ ਉਹਦਾ ਨਵਾਂ ਨਾਮ ਹੈਗਾ USMCA, ਯੂਐਸ ਮੈਕਸੀਕੋ ਕੈਨੇਡਾ ਫ੍ਰੀ ਟ੍ਰੇਡ ਐਗਰੀਮੈਂਟ। ਉਹਦੇ ਤਹਿਤ ਨਾ ਬਹੁਤ ਹੀ ਲੋਡ ਜਿਹੜੇ ਆ ਕੈਨੇਡਾ ਤੋਂ ਯੂਐਸ ਤੋਂ ਕੈਨੇਡਾ ਆਉਂਦੇ ਆ। ਦੇਖੋ ਜੀ ਨਾ, ਯੂਐਸ ਕੈਨੇਡਾ ਨਾ ਕਿ ਵੀ ਹੈਵ the longest trade border in the world, but longest ਦੇ ਨਾਲ it's the most busiest trade border. Canada US ਨਾ every 2.5 seconds ਇੱਕ truck crosses Canada US border ਜੀ। ਤੇ we have Canada ਤੇ US ਇੱਕ ਮੈਕਸੀਕੋ ਵੀ, ਤਿੰਨ ਕੰਟਰੀਆਂ ਦਾ ਫ੍ਰੀ ਟ੍ਰੇਡ ਐਗਰੀਮੈਂਟ ਆ। ਤੇ ਉਹ ਫ੍ਰੀ ਟ੍ਰੇਡ ਐਗਰੀਮੈਂਟ ਦੇ ਨਾਲ ਨਾ ਕੈਨੇਡਾ US ਦੇ ਵਿੱਚ ਬਹੁਤ ਜਿਹੜੇ ਟਰੱਕ ਆ ਇੱਥੋਂ ਕੈਨੇਡਾ ਤੋਂ US ਲੋਡ ਲੈ ਕੇ ਜਾਂਦੇ ਆ, US ਤੋਂ ਕੈਨੇਡਾ ਲੈ ਕੇ ਆਉਂਦੇ ਆ। ਮੈਕਸੀਕੋ ਬਿਕੋਜ਼ ਆਫ ਦਾ ਥੋੜੀ ਉੱਥੇ ਦੀ ਜਿਹੜੀ ਲਾਅ ਐਂਡ ਆਰਡਰ ਕੰਡੀਸ਼ਨ ਆ, ਲੋਟ ਆਫ ਜਿਹੜੇ ਕੈਨੇਡਾ ਤੋਂ ਮੈਕਸੀਕੋ ਜਾਂਦੇ ਆ, ਉਹ ਅਸੀਂ ਮੈਕਸੀਕੋ ਦੇ ਬਾਰਡਰ ਤੇ ਡ੍ਰੌਪ ਕਰ ਲੈਂਦੇ ਤੇ ਮੈਕਸੀਕੋ ਕੰਪਨੀਆਂ ਲੈ ਜਾਂਦੀਆਂ। ਤੇ ਜਿਹੜਾ ਕੈਨੇਡਾ US ਦਾ ਨਾ, ਇਹਨੂੰ ਬਹੁਤ ਐਫੀਸ਼ੀਐਂਟ ਬਣਾ ਲਓ। ਉਹਨੂੰ 2007 ਦੇ ਵਿੱਚ ਜਿਹੜੀ US ਗਵਰਨਮੈਂਟ ਨੇ ਨਾ, ਉਹਨੂੰ ਆਟੋਮੇਟ ਕਰਨਾ ਚਾਹੁੰਦੀ ਸੀ ਤਾਂ ਕਿ ਜਿਹੜਾ ਟਰੱਕ ਬਾਰਡਰ ਤੇ ਉਹਦੇ ਵੇਟ ਨਾ ਕਰਨੀ ਪਵੇ। ਤੇ ਉਹਨਾਂ ਨੇ ਆਟੋਮੇਟਿਡ ਕਮਰਸ਼ੀਅਲ এনवायरमेंट ਏਸ ਸਿਸਟਮ ਸ਼ੁਰੂ ਕੀਤਾ ਸੀ, ਜਿਹਦੇ ਨਾਲ ਕਿ ਟਰੱਕਿੰਗ ਕੰਪਨੀਆਂ ਨੂੰ 2 ਘੰਟੇ ਪਹਿਲਾਂ ਟਰੱਕ ਬਾਰਡਰ ਆਉਣ ਤੇ ਉਹਨੂੰ ਆਪਣਾ ਮੈਨੀਫੈਸਟ, ਇਲੈਕਟ੍ਰੋਨਿਕ ਮੈਨੀਫੈਸਟ ਦੱਸਣਾ, ਭੇਜਣਾ ਪੈਂਦਾ ਸੀ ਕਿ ਕਿਹੜਾ ਟਰੱਕ ਆ ਰਿਹਾ, ਕਿਹੜਾ ਟ੍ਰੇਲਰ, ਡਰਾਈਵਰ ਦੀ ਇਨਫੋਰਮੇਸ਼ਨ, ਸ਼ਿਪਰ ਦੀ ਇਨਫੋਰਮੇਸ਼ਨ, ਕੰਸਾਈਨੀ ਜਿੱਥੇ ਡਿਲੀਵਰ ਕਰਨਾ, ਤੇ ਸ਼ਿਪਮੈਂਟ ਦੀ ਇਨਫੋਰਮੇਸ਼ਨ, ਉਹ ਤੁਸੀਂ ਇਲੈਕਟ੍ਰੋਨਿਕ ਭੇਜਣਾ। ਤੇ ਅਵਲ ਇਜ਼ ਵੈਰੀ ਪ੍ਰਾਊਡ ਪਾਰਟਨਰ ਵਿਦ US, ਤੇ ਸੇਮ ਲਾਈਕ ਕੈਨੇਡੀਅਨ। ਕੈਨੇਡਾ ਦਾ ਸਿਸਟਮ ਆ ACI,
ਐਡਵਾਂਸ ਕਮਰਸ਼ੀਅਲ ਇਨਫੋਰਮੇਸ਼ਨ। ਅਵਲ ਦੇ ਜਿਹੜੇ ਸਰਵਰ ਆ ਉਹ US ਗਵਰਨਮੈਂਟ ਤੇ ਕੈਨੇਡੀਅਨ ਗਵਰਨਮੈਂਟ ਦੇ ਨਾਲ ਕਨੈਕਟਡ ਆ ਕਿ ਸਾਡੀਆਂ ਜਿਹੜੀ ਟਰਕਿੰਗ ਕੰਪਨੀਆਂ ਨਾ ਉਹ ਅਵਲ ਦਾ ਪੋਰਟਲ ਯੂਜ਼ ਕਰਦੀਆਂ, ਉਹਦੇ ਸਾਰੀ ਇਨਫੋਰਮੇਸ਼ਨ 2 ਮਿੰਟ 'ਚ ਭੇਜ ਹੋ ਜਾਂਦੀ ਹੈ। ਸੋ ਤੁਹਾਡੇ ਜਿਹੜਾ ਟਰੱਕ ਟ੍ਰੇਲਰ ਡਰਾਈਵਰ ਸਾਰੀ ਇਨਫੋਰਮੇਸ਼ਨ ਪੁਰਾਣੇ ਸ਼ਿਪਰ ਕੰਸਾਨੀ ਸੇਵ ਰਹਿੰਦੇ ਆ। ਜਦੋਂ ਵੀ ਤੁਸੀਂ ਮੈਨੀਫੈਸਟ ਭੇਜਣਾ ਆ ਤੁਸੀਂ ਕਲਿੱਕ ਕਰਕੇ ਕਿ ਆਹ ਟਰੱਕ ਆ, ਇਹ ਟ੍ਰੇਲਰ ਆ, ਡਰਾਈਵਰ ਆ, ਸ਼ਿਪਰ ਆ, ਉਹ ਭੇਜ ਸਕਦੇ ਆ ਤੇ 5 ਮਿੰਟ ਦੇ ਵਿੱਚ ਤੁਹਾਨੂੰ ਸਾਰੀ ਕਨਫਰਮੇਸ਼ਨ ਆ ਜਾਂਦੀ ਆ। ਤੇ ਸਾਡੇ ਜਿਹੜੇ ਡਰਾਈਵਰ ਆ ਨਾ ਉਹਨਾਂ ਨੂੰ ਫੋਨ ਐਪ ਤੇ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਆ। ਤੇ ਜਦੋਂ ਨਾ ਕਿ ਅਸੀਂ ਮੈਨੀਫੈਸਟ ਦੀ ਹੈਲਪ ਕਰਦੇ ਆ ਤੇ ਅਵਲ ਦੇ ਕੋਲ 24 ਘੰਟੇ ਹੈਲਪ ਡੈਸਕ ਆ ਜਿਹੜਾ ਕਿ ਕਸਟਮ ਕਲੀਅਰੈਂਸ ਲਈ ਵੀ ਹੈਲਪ ਕਰਦਾ। ਜਦੋਂ ਡਰਾਈਵਰ ਸ਼ਿਪਰ ਤੋਂ ਪੇਪਰ ਚੁੱਕਦੇ ਆ ਉਹ 24 ਘੰਟੇ ਅਵਲ ਨੂੰ ਫੈਕਸ ਕਰ ਸਕਦੇ ਆ। ਜਦੋਂ ਹੀ ਅਵਲ ਨੂੰ ਪੇਪਰ ਮਿਲਦੇ ਆ ਅਸੀਂ ਉਹਦਾ ਮੈਨੀਫੈਸਟ ਵੀ ਖੁਦ ਬਣਾ ਦਿੰਦੇ ਆ ਤੇ ਕਸਟਮ ਵੀ ਖੁਦ ਕਲੀਅਰ ਕਰਾ ਦਿੰਦੇ ਆ ਤੇ ਡਰਾਈਵਰ ਨੂੰ ਐਂਟਰੀ ਨੰਬਰ ਉਹਨਾਂ ਦੇ ਫੋਨ ਤੇ ਮਿਲ ਜਾਂਦਾ ਆ ਤੇ ਉਹ ਡਰਾਈਵਰ ਨੂੰ ਆਪਣੀ ਡਿਸਪੈਚ ਨਾਲ ਵੀ ਕੰਟੈਕਟ ਕਰਨ ਦੀ ਲੋੜ ਨਹੀਂ ਹੈਗੀ। ਇਹ ਸਾਡੀ ਮੇਨ ਸਰਵਿਸ ਅਸੀਂ 2007 ਤੋਂ ਦੇ ਰਹੇ ਆ ਤੇ ਇਹ ਬਾਰਡਰ ਕ੍ਰਾਸਿੰਗ ਦੇ ਲਈ ਇਹ ਟਰਕਿੰਗ ਕੰਪਨੀਆਂ ਲਈ ਬਹੁਤ ਹੀ ਅਹਿਮ ਰੱਖਦੀ ਆ। ਤੇ ਇਸੇ ਲਈ ਅਸੀਂ ਆਈ ਥਿੰਕ ਟੁਡੇ ਵੀ ਆਰ ਪ੍ਰਾਊਡਲੀ ਸਰਵਿੰਗ ਨਾਟ ਓਨਲੀ ਕੈਨੇਡੀਅਨ ਬਟ ਲੋਟ ਆਫ US ਟਰਕਿੰਗ ਕੰਪਨੀ ਜਿਹੜੀਆਂ US ਤੋਂ ਕੈਨੇਡਾ ਨੂੰ ਸ਼ਿਪਮੈਂਟ ਲੈ ਕੇ ਆਉਂਦੀਆਂ ਤੇ ਸਾਡੇ ਜਿਹੜੀ ਇਹ 2007 ਤੋਂ ਲੈ ਕੇ ਅੱਜ ਤੱਕ ਹੁਣ ਪਹਿਲਾਂ ਸਾਡਾ ਜਿਹੜਾ ਹੈਲਪ ਡੈਸਕ ਸੀ ਉਹ ਕੈਨੇਡਾ ਟੋਰਾਂਟੋ ਵਿੱਚ ਹੁੰਦਾ ਸੀ ਤੇ ਹੁਣ ਸਾਡੀ ਸਰਵਿਸ ਜਿਹੜੀ ਹੁਣ ਅਸੀਂ ਆਊਟਸੋਰਸ ਕਰਕੇ ਅਸੀਂ ਇੰਡੀਆ ਦਾ ਆਫਿਸ ਵੀ ਲਾਂਚ ਕੀਤਾ। ਸਾਡੇ ਬਹੁਤ ਸਾਰੇ ਜਿਹੜੇ ਏਜੰਟਸ ਆ ਉਹ ਸਾਰੇ ਸਾਡੇ ਗੁਰਗਾਉਂ ਆਫਿਸ ਤੋਂ 24 ਆਵਰ ਹੈਲਪ ਡੈਸਕ ਦੇ ਰਹੇ ਆ ਜੀ। ਐਂਡ ਯੂ ਜਸਟ ਆਨਸਰਡ ਮਾਈ ਨੈਕਸਟ ਕੁਐਸਚਨ ਕਿ ਅਵਲ ਟੈਕਨੋਲੋਜੀ ਵੱਲੋਂ ਡੈਫੀਨਿਟਲੀ ਸੌਫਟਵੇਅਰ ਤਾਂ ਤਿਆਰ ਕੀਤਾ ਹੀ ਜਾਂਦਾ ਹੈ ਤੇ ਜਿਹੜੀ ਸਰਵਿਸ ਹੈ ਉਹ 24/7 ਅਵੇਲੇਬਲ ਹੁੰਦੀ ਹੈ ਜਾਂ ਨਹੀਂ? ਹਾਂਜੀ ਤਾਂ ਸਰਵਿਸ ਦੇਖੋ ਜਦੋਂ ਪਹਿਲੇ ਦਿਨ ਤੇ ਮੇਰਾ ਸੁਪਨਾ ਸੀ ਕਿ ਅਸੀਂ ਟੈਕਨੋਲੋਜੀ ਟਰਕਿੰਗ ਕੰਪਨੀਆਂ ਤੱਕ ਪਹੁੰਚਾਈਏ ਪਰ ਮੇਨ ਚੈਲੰਜ ਹੁੰਦਾ ਨਾ ਕਿ ਟੈਕਨੋਲੋਜੀ ਨੂੰ ਯੂਜ਼ ਕਿੱਦਾਂ ਕਰਨਾ ਹੈ। ਉਹਦੇ ਲਈ ਅਸੀਂ ਪਹਿਲਾਂ ਤਾਂ ਟ੍ਰੇਨਿੰਗ ਸ਼ੁਰੂ ਕੀਤੀ ਫਿਰ ਅਸੀਂ ਜਿਹੜਾ ਸੌਫਟਵੇਅਰ ਬਣਾਇਆ ਨਾ ਹੁਣ ਸੌਫਟਵੇਅਰ ਦਾ ਉਦੋਂ ਤੱਕ ਫਾਇਦਾ ਨਹੀਂ ਹੁੰਦਾ ਜਦ ਤੱਕ ਉਹਨੂੰ ਯੂਜ਼ ਕਰਨਾ ਨਾ ਆਵੇ ਤੇ ਯੂਜ਼ ਕਰਨੇ 'ਚ ਅਸੀਂ ਫਿਰ ਦੇਖੋ ਡਿਸਪੈਚਰ ਹਾਇਰ ਕਰਦੇ ਆ ਨਵੇਂ ਹਾਇਰ ਕਰਦੇ ਆ ਨਵੇਂ EMPLOYEES ਕਰਦੇ ਆ ਕਿ ਜੇ ਤਾਂ ਪ੍ਰੋਪਰਲੀ ਯੂਜ਼ ਕਰਨਾ ਉਹਨੂੰ ਹਰ ਕਦੇ ਵੀ ਕਿ ਟਰਕਿੰਗ ਇਦਾਂ ਦੀ ਇੰਡਸਟਰੀ 24 ਘੰਟੇ ਚੱਲਦੀ ਆ ਜੀ ਕਦੋਂ ਮਰਜ਼ੀ ਲੋਡ ਆ ਸਕਦਾ ਜਦ ਲੋਡ ਡਿਲੀਵਰ ਹੋ ਜਾਂਦੇ ਆ ਤੇ ਅਸੀਂ ਵੀ ਫਿਰ ਉਹਦੇ ਨਾਲ ਦੀ ਨਾਲ 2007 ਤੋਂ ਹੀ ਜਸਲੀਨ ਜੀ ਅਸੀਂ 2007 ਤੋਂ 24 ਘੰਟੇ ਹੈਲਪ ਡੈਸਕ ਦੇ ਰਹੇ ਹਾਂ ਕਿ ਚਾਹੇ ਉਹ ਦੀਵਾਲੀ ਦੀ ਰਾਤ ਹੋਵੇ ਚਾਹੇ ਉਹ ਕ੍ਰਿਸਮਸ ਦੀ ਨਾਈਟ ਹੋਵੇ ਕਿ ਸਾਡੇ ਅਵਲ ਦਾ ਜਿਹੜਾ ਆਫਿਸ ਆ ਉਹ 24 ਘੰਟੇ ਖੁੱਲਾ ਆ। ਜਿਹੜਾ ਹੈਲਪ ਡੈਸਕ ਆ ਕਦੇ ਵੀ ਕਿਸੇ ਨੂੰ ਸੌਫਟਵੇਅਰ ਕਦੇ ਕੋਈ ਵੀ ਇਸ਼ੂ ਆਉਂਦਾ ਆ ਉਹ ਸਾਡੇ ਹੈਲਪ ਡੈਸਕ ਨੂੰ ਕਾਲ ਕਰਦਾ ਹੈ। ਜਿਹੜੇ ਸਾਡੇ ਟੈਕਨੀਕਲ ਜਿਹੜਾ ਸਪੋਰਟ ਸਪੈਸ਼ਲਿਸਟ ਆ ਉਹ ਤੁਹਾਡੇ ਕੰਪਿਊਟਰ ਤੇ ਲੌਗਇਨ ਕਰਕੇ ਫਿਰ ਤੁਹਾਨੂੰ ਸਟੈਪ ਬਾय ਸਟੈਪ ਸਮਝਾ ਦਿੰਦੇ ਆ ਤੁਹਾਡੀ ਸਾਰੀ ਪ੍ਰੋਬਲਮ ਸੋਲਵ ਕਰਦੇ ਆ। ਤੇ ਕੋਈ ਵੀ ਮੇਨਲੀ ਜਿਹੜਾ ਬਾਰਡਰ ਕ੍ਰਾਸਿੰਗ ਆ ਕਿ ਕਦੇ ਵੀ ਕਸਟਮ ਕਲੀਅਰ ਕਰਾਉਣਾ ਆ ਤੇ ਕਦੇ ਵੀ ਮੈਨੀਫੈਸਟ ਬਣਾਉਣਾ ਆ ਉਹ ਤੁਹਾਨੂੰ ਕਦੇ ਕੋਈ ਲੋੜ ਨਹੀਂ ਹੈਗੀ। ਤੇ ਨਾਲ ਦੀ ਨਾਲ ਕਈ ਵਾਰ ਨਾ ਕਈ ਸਾਡੇ ਕਸਟਮਰ ਵੀ ਨਹੀਂ ਹੁੰਦੇ ਉਹ ਕੋਈ ਹੋਰ ਕੰਪਨੀਆਂ ਦੇ ਵੀ ਹੁੰਦੇ ਉਹ ਵੀ ਸਾਨੂੰ ਫੋਨ ਕਰ ਲੈਂਦੇ ਕਿ ਮੈਂ ਆ ਬਾਰਡਰ ਕ੍ਰਾਸਿੰਗ ਕਰਨਾ ਮੇਰਾ ਬ੍ਰੋਕਰ ਦਾ ਫੈਕਸ ਨੰਬਰ ਨਹੀਂ ਪਤਾ ਸਾਨੂੰ। ਉਹ ਸਾਡਾ ਜਿਹੜਾ ਹੈਲਪ ਡੈਸਕ ਉਹ ਸਾਰੀ ਟਰਕਿੰਗ ਕੰਪਨੀਆਂ ਨੂੰ ਬਹੁਤ ਹੈਲਪ ਕਰ ਰਿਹਾ ਬਾਰਡਰ ਕ੍ਰਾਸ ਬਾਰਡਰ ਕਰਨੇ ਤੇ ਟੈਕਨੋਲੋਜੀ ਨੂੰ ਯੂਜ਼ ਕਰਨੇ ਨੂੰ। ਜੀ ਤਾਰਾ ਨਾਗਰਾ ਜੀ ਸਵਾਲ ਹੋਰ ਵੀ ਹੈਗੇ ਨੇ ਪਰ ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਆ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਸਾਡੀ ਗੱਲਬਾਤ ਚੱਲ ਰਹੀ ਹੈ ਅਵਲ ਟੈਕਨੋਲੋਜੀ ਦੇ CEO ਤਾਰਾ ਨਾਗਰਾ ਜੀ ਦੇ ਨਾਲ। ਤਾਰਾ ਨਾਗਰਾ ਜੀ ਜਿਸ ਤਰ੍ਹਾਂ ਅਸੀਂ ਅਵਲ ਟੈਕਨੋਲੋਜੀ ਦੀ ਗੱਲ ਕਰ ਰਹੇ ਹੈਗੇ ਆ ਤੁਹਾਡੇ ਵੱਲੋਂ ਡਿਸਪੈਚ ਸਪੈਸ਼ਲਿਸਟ ਕੋਰਸ ਦੀ ਜਿਹੜੀ ਟ੍ਰੇਨਿੰਗ ਹੈਗੀ ਉਹ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ। ਜਾਣਨਾ ਚਾਹਾਂਗੇ ਕਿ ਇਹ ਟ੍ਰੇਨਿੰਗ ਕੋਰਸ ਕਿਉਂ ਜ਼ਰੂਰੀ ਹੈਗਾ ਕਿੰਨਾ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਟਰਕਿੰਗ ਦੇ ਵਿੱਚ? ਜਸਲੀਨ ਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ ਕਿ ਜਦੋਂ ਅਸੀਂ ਪਹਿਲਾਂ ਮੈਂ ਫੁੱਲ ਟਾਈਮ ਆਇਆ ਸੀ ਮੈਂ ਫੈਬਰੂਰੀ 2006 ਦੇ ਵਿੱਚ ਫੁੱਲ ਟਾਈਮ ਅਵਲ 'ਚ ਆਇਆ ਸੀ ਤੇ ਮਾਰਚ 2007 'ਚ ਅਸੀਂ ਆਪਣੀ ਪਹਿਲੀ ਕਲਾਸ ਗ੍ਰੈਜੂਏਟ ਕੀਤੀ ਸੀ ਅਵਲ ਟਰਕਿੰਗ ਡਿਸਪੈਚ ਸਪੈਸ਼ਲਿਸਟ ਕੋਰਸ ਤੇ। ਮੇਰਾ ਏਮ ਇਹੀ ਸੀ ਕਿ ਅਸੀਂ ਕਿੱਦਾਂ ਐਜੂਕੇਸ਼ਨ ਲਿਆਈਏ ਕਿੱਦਾਂ ਦੱਸੀਏ ਕਿ ਟਰਕਿੰਗ ਨੂੰ ਐਜ਼ ਅ ਬਿਜ਼ਨਸ ਕਿੱਦਾਂ ਲੈਣਾ ਹੈ ਜੀ ਕਿਹੜਾ ਬਿਜ਼ਨਸ ਮੈਨੇਜਮੈਂਟ ਹੁੰਦੀ ਕੀ ਆ ਇਹਦੇ ਕਿਹੜੇ ਤੁਸੀਂ ਜਦੋਂ ਬਿਜ਼ਨਸ ਟਰਕਿੰਗ ਸ਼ੁਰੂ ਕਰਨਾ ਆ ਇਹਦੀ ਸੈਟਅਪ ਕਿੱਦਾਂ ਕਰੀਦੀ ਬਿਜ਼ਨਸ ਦੀ ਕਿਉਂਕਿ ਅਸੀਂ ਸੋਚਦੇ ਹਾਂ ਕਿ ਟਰੱਕ ਹੀ ਬਿਜ਼ਨਸ ਆ ਪਰ ਜੇ ਤੁਸੀਂ ਕਾਮਯਾਬ ਹੋਣਾ ਨਾ ਤਾਂ ਬਿਜ਼ਨਸ ਦਾ ਪ੍ਰੋਫਾਈਲ ਕਿੱਦਾਂ ਬਣਾਉਣਾ ਆ ਤਾਂ ਕਿ ਬ੍ਰੋਕਰਾਂ ਨੂੰ ਪਤਾ ਹੋ ਜਾਏ ਤੁਹਾਡੀ ਕਿਹੜਾ ਬਿਜ਼ਨਸ ਆ ਤੁਸੀਂ ਕਿੱਦਾਂ ਉਹਦੇ ਨਾਲ ਰਿਲੇਸ਼ਨਸ਼ਿਪ ਬਣਾ ਕੇ ਉਹ ਤੋਂ ਹੋਰ ਡੈਡੀਕੇਟਡ ਰਨ ਲੈ ਸਕਦੇ ਆ। ਤੇ ਉਹ ਅਸੀਂ ਸਾਰਾ ਸੈਟਅਪ ਦੱਸਦੇ ਆ ਕਿ ਕਿੱਦਾਂ ਬਿਜ਼ਨਸ ਨੂੰ ਤੁਸੀਂ ਐਜ਼ ਅ ਟਰਕਿੰਗ ਸੈਟਅਪ ਕਰੀਦਾ ਆ ਫਿਰ ਕਿੱਦਾਂ ਇੱਥੇ ਮਾਰਕੀਟ ਚੱਲਦੀ ਆ। ਇਹ ਜਸਲੀਨ ਜੀ ਇੱਥੇ ਦੋ ਤਰ੍ਹਾਂ ਦੀ ਮਾਰਕੀਟ ਹੈ ਟਰਕਿੰਗ ਦੇ ਵਿੱਚ। ਇੱਕ ਤਾਂ ਹੈਗੀ ਓਪਨ ਬੋਰਡ
ਓਪਨ ਬੋਰਡ ਦੇ ਵਿੱਚ ਕੋਈ ਕੰਟਰੈਕਟ ਦੀ ਲੋੜ ਨਹੀਂ। ਤੁਹਾਡਾ ਟਰੱਕ ਬਰੈਂਪਟਨ 'ਚ ਖੜਾ, ਟੋਰਾਂਟੋ 'ਚ ਖੜਾ ਆ, ਕਿਸੇ ਕੋਲ ਲੋਡ ਹੈਗਾ, ਤੁਸੀਂ ਇੱਕ ਦੂਜੇ ਨਾਲ ਗੱਲ ਕਰਕੇ ਟਰੱਕ ਨੇ ਲੋਡ ਲੈ ਲੈਣਾ, ਉਹ ਵੀ ਵਧੀਆ ਆ। ਪਰ ਜੇ ਤੁਸੀਂ ਅਸਲੀ ਕਾਮਯਾਬ ਹੋਣਾ, ਉਹ ਹੁੰਦੀ ਨਾ ਕੰਟਰੈਕਚੁਅਲ ਮਾਰਕੀਟ। ਤੁਹਾਡੇ ਸ਼ਿਪਰਸ ਦੇ ਨਾਲ ਐਕਚੁਅਲ ਕੰਟਰੈਕਟ ਆ, ਤੁਸੀਂ ਉਹਨਾਂ ਨੂੰ 100% ਉਹਨਾਂ ਦੀ ਸ਼ਿਪਮੈਂਟ ਨੂੰ ਮੂਵ ਕਰਨ 'ਚ ਹੈਲਪ ਕਰਦੇ ਆ, ਉਹ ਹੋਰ ਮਾਰਕੀਟ ਆ। ਜੇ ਤੁਸੀਂ ਕਾਮਯਾਬ ਹੋਣਾ, ਕਿੱਦਾਂ ਤੁਸੀਂ ਓਪਨ ਬੋਰਡ ਤੋਂ ਕੰਟਰੈਕਚੁਅਲ ਮਾਰਕੀਟ ਜਾ ਸਕਦੇ ਆ। ਇਹ ਸਾਰੇ ਕਿੱਦਾਂ ਆਪਣੀ ਕੰਪਨੀ ਦਾ ਪ੍ਰੋਫਾਈਲ ਬਣਾ ਕੇ ਫਿਰ ਕਿੱਦਾਂ ਆਪਣੀ ਕੰਪਨੀ ਦਾ ਆਪਰੇਸ਼ਨ ਨੂੰ ਸਾਰਾ ਮੈਨੇਜ ਕਰਨਾ ਆ, ਇਹ ਅਸੀਂ ਕੋਰਸ ਡਿਜ਼ਾਈਨ ਕੀਤਾ ਸੀ। ਉਹ ਸਾਡਾ 4 ਦਿਨਾਂ ਦਾ ਕੋਰਸ ਹੈਗਾ। ਅਸੀਂ ਮਾਰਚ 2006 ਚ ਸ਼ੁਰੂ ਕੀਤਾ ਸੀ ਤੇ ਪਿਛਲੇ ਵੀਕ ਟੋਰਾਂਟੋ ਦੇ ਵਿੱਚ ਸਾਡੀ 182ਵੀਂ ਕਲਾਸ ਗ੍ਰੈਜੂਏਟ ਹੋਈ ਆ। ਤੇ ਸੇਮ ਅਸੀਂ ਟੋਰਾਂਟੋ ਤੋਂ ਬਾਅਦ ਫਿਰ 2010 ਵਿੱਚ ਆਪਣਾ ਆਪਰੇਸ਼ਨ ਸਰੀ ਵੈਨਕੂਵਰ ਏਰੀਆ ਵਿੱਚ ਸ਼ੁਰੂ ਕੀਤਾ ਸੀ। ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਮਈ ਇਸ ਸਾਲ ਦੇ ਵਿੱਚ ਅਸੀਂ ਉੱਥੇ 100 ਕਲਾਸ ਗ੍ਰੈਜੂਏਟ ਹੋਈ ਆ। ਤੇ ਹੁਣ ਪਿਛਲੀ ਵੀਕ ਉੱਥੇ 105ਵੀਂ ਕਲਾਸ ਸਾਡੀ ਸਰੀ ਲੋਕੇਸ਼ਨ ਦੇ ਵਿੱਚ ਗ੍ਰੈਜੂਏਟ ਹੋਈ ਆ। ਸਿਮਿਲਰਲੀ ਅਸੀਂ ਫਿਰ 2011 ਵਿੱਚ ਵਿਨੀਪੈਗ ਆਪਣਾ ਆਪਰੇਸ਼ਨ ਲਾਂਚ ਕੀਤਾ ਸੀ। ਉੱਥੇ ਸੇਮ ਕੋਰਸ, ਉੱਥੇ 52 ਕਲਾਸਿਸ ਗ੍ਰੈਜੂਏਟ ਹੋ ਚੁੱਕੀਆਂ। ਤੇ ਫਿਰ 2018 ਚ ਅਸੀਂ ਆਪਣਾ US ਆਪਰੇਸ਼ਨ ਸ਼ੁਰੂ ਕੀਤਾ, ਜਦੋਂ ਕੈਲੀਫੋਰਨੀਆ ਸੈਕਰਾਮੈਂਟੋ ਦੇ ਵਿੱਚ, ਉੱਥੇ ਸਾਡੀਆਂ 25 ਕਲਾਸ ਗ੍ਰੈਜੂਏਟ ਹੋ ਚੁੱਕੀਆਂ ਆ। ਤੇ ਅਸੀਂ ਲਗਾਤਾਰ ਮਤਲਬ ਹਰ ਮਹੀਨੇ ਟਰਾਈ ਕਰਦੇ ਹਾਂ ਕਿ ਟੋਰਾਂਟੋ ਦੇ ਵਿੱਚ, ਵਿਨੀਪੈਗ, ਸਰੀ ਤੇ ਕੈਲੀਫੋਰਨੀਆ ਚ ਸਾਡੇ ਇੱਕ ਕਲਾਸ ਗ੍ਰੈਜੂਏਟ ਹੋ ਰਹੀ ਹੈ। ਜੀ, ਕੰਗ੍ਰੈਚੁਲੇਸ਼ਨਸ ਟੂ ਓਵਲ ਟੈਕਨੋਲੋਜੀ। ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਨਾਰਥ ਅਮਰੀਕਾ ਦੇ ਵਿੱਚ ਤੇ ਤੁਸੀਂ ਸਰਵਿਸਿਜ਼ ਦੇ ਹੀ ਰਹੇ ਹੋ, ਸੋ ਨਾਰਥ ਅਮਰੀਕਾ ਤੋਂ ਬਾਹਰ ਹੋਰ ਕਿਤੇ ਸਰਵਿਸਿਜ਼ ਦੇ ਰਹੇ ਹੋ? ਸਾਡਾ ਮੇਨ ਜਿਹੜਾ ਫੋਕਸ ਹਜੇ ਨਾਰਥ ਅਮਰੀਕਾ ਹੈ, ਪਰ ਸਾਡਾ ਜਿਹੜਾ ਸਾਰਾ ਬੈਕ ਐਂਡ ਆਪਰੇਸ਼ਨ ਹੈ ਉਹ ਸਾਡਾ ਹੁਣ ਦਿੱਲੀ, ਗੁੜਗਾਉਂ ਸਾਡਾ ਵੱਡਾ ਆਫਿਸ ਆ। ਤੇ ਇੰਡੀਆ 'ਚ ਵੀ ਸਾਡੀ 3 ਲੋਕੇਸ਼ਨ ਹੋ ਗਈਆਂ। ਤੇ ਪੈਂਡੈਮਿਕ ਦੇ ਵਿੱਚ ਅਸੀਂ ਥੋੜਾ ਸੋਚਿਆ ਸੀ ਕਿੱਦਾਂ ਆਪਣੇ ਆਪ ਨੂੰ ਹੋਰ ਤਿਆਰ ਕਰੀਏ ਹੋਰ ਗਰੋਥ ਦੇ ਲਈ। ਤੇ ਅਸੀਂ ਆਪਣਾ ਆਫਿਸ ਹੁਣ ਬੈਂਗਲੌਰ 'ਚ ਵੀ ਲਾਂਚ ਕੀਤਾ ਤੇ ਫਗਵਾੜਾ ਪੰਜਾਬ ਵਿੱਚ ਵੀ ਸਾਡਾ ਇੱਕ ਬੈਕ ਆਫਿਸ ਹੈਗਾ ਆ। ਤੇ ਅਸੀਂ ਪੈਂਡੈਮਿਕ ਦੇ ਵਿੱਚ ਕਾਫੀ ਜਿੱਦਾਂ ਵੋਲੀਅਮ ਜਿਹੜਾ ਟਰਕਿੰਗ, ਫੋਰਚੂਨੇਟਲੀ ਟਰਕਿੰਗ ਤਾਂ ਚੱਲਦੀ ਰਹੀ ਪਰ ਵੋਲੀਅਮ ਕਾਫੀ ਘੱਟ ਸੀਗਾ, ਜਿਹੜਾ ਕ੍ਰਾਸ ਬਾਰਡਰ ਟ੍ਰੇਡ ਵਗੈਰਾ ਸੀ। ਤਾਂ ਉਹਦੇ ਕਰਕੇ ਅਸੀਂ ਕਾਫੀ ਤਿਆਰ ਕਰ ਰਹੇ ਹਾਂ ਕਿ ਜਿਹੜਾ ਇੱਕ ਤਾਂ ਅਸੀਂ ਜਿਹੜਾ ਇੰਡੀਆ 'ਚ ਸਾਡਾ ਹਜੇ ਬੈਕ ਆਫਿਸ ਆ, ਤੇ 2022 'ਚ ਅਸੀਂ ਆਪਣੇ ਜਿਹੜਾ ਫੁੱਲ ਫਲੈਟ ਸੌਫਟਵੇਅਰ ਸਰਵਿਸ ਉਹ ਇੰਡੀਆ ਮਾਰਕੀਟ ਲਈ ਲਾਂਚ ਕਰ ਰਹੇ ਹਾਂ। ਸੋ 2022 ਦੇ ਵਿੱਚ ਅਸੀਂ ਸਾਡੀ ਇੱਕ ਨਵੀਂ ਟੀਮ ਉੱਥੇ ਵੀ ਜਿਹੜੀ ਮਾਰਕੀਟਿੰਗ ਲਈ ਆ ਰਹੀ ਆ ਤੇ ਪਲੱਸ ਸੇਲਸ ਹੋ ਰਹੇ ਆ। ਅਸੀਂ ਜਿਹੜੇ ਇੰਡੀਅਨ ਟਰੱਕਿੰਗ ਕੰਪਨੀਆਂ ਨੂੰ ਵੀ ਆਪਣਾ ਸੌਫਟਵੇਅਰ ਅਗਲੇ ਸਾਲ 2022 ਤੋਂ ਦੇਣਾ ਸ਼ੁਰੂ ਕਰ ਦੇਵਾਂਗੇ। ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਨਾਲੇ ਹੁੰਦਾ ਕਿ ਅਸੀਂ ਨਾਰਥ ਅਮਰੀਕਾ ਦੀ ਜਿਹੜੀ ਟੈਕਨੋਲੋਜੀ ਆ ਆਪਣੀ ਇੰਡੀਅਨ, ਜਿੱਥੇ ਆਪਣਾ ਹੋਮ ਟਾਊਨ ਆ, ਆਪਣਾ ਪੰਜਾਬ ਆ, ਉਹਨਾਂ ਕੰਪਨੀਆਂ ਨੂੰ ਵੀ ਸੇਮ ਟੈਕਨੋਲੋਜੀ ਪ੍ਰੋਵਾਈਡ ਕਰ ਸਕਾਂਗੇ। ਕਿਉਂਕਿ ਇੰਡੀਆ 'ਚ ਵੀ ਤੁਸੀਂ ਦੇਖਿਆ ਹੁਣ ਅੱਜ ਕੱਲ੍ਹ ਇੰਡੀਆ ਵੀ ਟੈਕਨੋਲੋਜੀ ਵੀ, ਡਰਾਈਵਰ ਵੀ ਸੈਲਫੋਨ ਹਰ ਇੱਕ ਦੇ ਕੋਲ ਹੈਗੇ ਆ। ਤੇ ਅਸੀਂ ਜੋ ਸਰਵਿਸ, ਜੋ ਟੈਕਨੋਲੋਜੀ ਨਾਰਥ ਅਮਰੀਕਾ 'ਚ ਦੇ ਰਹੇ ਹਾਂ, ਅਸੀਂ ਇੰਡੀਆ ਦੇ ਵਿੱਚ ਵੀ ਲਾਂਚ ਕਰ ਰਹੇ ਹਾਂ। ਮੈਂ ਹੋਰ ਦੱਸਣਾ ਚਾਹੁੰਦਾ ਕਿ ਜਦੋਂ ਹੁਣ ਐਵਲ ਗਰੋ ਹੋ ਰਹੀ ਆ, ਸਾਡੇ ਬਹੁਤ ਕਸਟਮਰ ਜਿਹੜੇ ਯੂਜ਼ ਕਰ ਰਹੇ ਸਾਡੇ ਸੌਫਟਵੇਅਰ, ਅਸੀਂ ਉਹਨਾਂ ਨੂੰ ਸਾਰਿਆਂ ਨੂੰ ਇੱਕ ਨਵੇਂ ਸਾਲ ਦਾ ਗਿਫਟ ਦੇ ਰਹੇ ਹਾਂ ਕਿ ਸਾਰੇ ਜਿਹੜੇ ਕਸਟਮਰ ਆ ਉਹਨਾਂ ਨੂੰ ਇੱਕ ਨੈਟਵਰਕ ਦਾ ਹਿੱਸਾ, ਅਵਲ ਫਰੇਟ ਨੈਟਵਰਕ ਦਾ ਹਿੱਸਾ ਬਣਾ ਰਹੇ ਹਾਂ। ਤੇ ਜਦੋਂ ਉਹ ਸਾਡੇ ਕਸਟਮਰ ਇੱਕ ਨੈਟਵਰਕ ਦਾ ਹਿੱਸਾ ਬਣ ਜਾਓਗੇ, ਫਿਰ ਉਹ ਇੱਕ ਦੂਜੇ ਨਾਲ ਡਾਇਰੈਕਟ ਕਨੈਕਸ਼ਨ ਕ੍ਰੀਏਟ ਕਰ ਸਕਦੇ ਆ। ਡਾਇਰੈਕਟ ਕਨੈਕਸ਼ਨ ਮੀਨਸ ਉਹ ਆਪਣੀ ਕੰਪਨੀ ਨੂੰ ਇੱਕ ਦੂਜੇ ਨਾਲ ਲਿੰਕ ਕਰ ਸਕਦੇ ਆ। ਜਦੋਂ ਉਹ ਕਨੈਕਸ਼ਨ ਆਪਣੀ ਕੰਪਨੀ ਨੂੰ ਲਿੰਕ ਕਰ ਲੋਗੇ ਤਾਂ ਅਸੀਂ ਉਹਨਾਂ 'ਚ ਉਹ ਆਟੋਮੇਸ਼ਨ ਲਾ ਰਹੇ ਹਾਂ। ਆਟੋਮੇਸ਼ਨ ਦਾ ਮਤਲਬ ਕਿ ਇੱਕ ਕੰਪਨੀ ਕੋਲ ਲੋਡ ਹੈਗਾ ਆ, ਉਹ ਦੂਜੀ ਕੰਪਨੀ ਨਾਲ ਕੰਟੀਨਿਊਸਲੀ ਡੀਲ ਕਰਦੇ ਆ। ਜਦੋਂ ਉਹ ਕੰਪਨੀ ਨੇ ਇਲੈਕਟ੍ਰੋਨਿਕ ਉਹਨਾਂ ਨੂੰ ਮੈਸੇਜ ਭੇਜਿਆ, ਉਹਨਾਂ ਨੇ ਐਕਸੈਪਟ ਕੀਤਾ, ਤੇ ਉਹ ਜਿਹੜਾ ਲੋਡ ਆ ਉਸ ਦੂਸਰੀ ਕੰਪਨੀ ਦੇ ਸਿਸਟਮ ਵਿੱਚ ਆਪਣੇ ਆਪ ਲੋਡ ਉਹ ਬਣ ਜਾਣਾ ਹੈ। ਉਹਨਾਂ ਨੂੰ ਮੈਨੂਅਲੀ ਕੋਈ ਕਨਫਰਮੇਸ਼ਨ ਸ਼ੀਟ ਦੀ ਲੋੜ ਨਹੀਂ ਹੈਗੀ। ਕੋਈ ਜਿੱਦਾਂ ਐਰਰ ਆ ਜਾਂਦੇ, ਕਈ ਵਾਰ ਗਲਤ ਟਾਈਪ ਹੋ ਜਾਂਦਾ, ਕੋਈ ਰੇਟ ਗਲਤ ਆ ਜਾਂਦਾ ਆ, ਉਹ ਜਿਹੜੀ ਐਰਰ ਹਿਊਮਨ ਐਰਰਸ ਉਹ ਸਾਰੇ ਅਵੋਇਡ ਹੋ ਜਾਓਗੇ ਤੇ ਪ੍ਰੋਸੈਸ ਬੜਾ ਫਾਸਟ ਹੋ ਜਾਊਗਾ। ਤੇ ਜਿਹੜੇ ਇੱਕ ਕੰਪਨੀ ਦੂਜੇ ਨੂੰ ਆਰਡਰ ਦੇਣਾ, ਦੂਜੀ ਕੰਪਨੀ 'ਚ ਆਟੋਮੇਟ ਉਹ ਆਰਡਰ ਬਣ ਜਾਣਾ ਹੈ। ਤੇ ਪਹਿਲੀ ਕੰਪਨੀ ਨੂੰ ਵਿਜ਼ਿਬਿਲਿਟੀ ਰਹਿਣੀ ਹੈ ਕਿ ਜੇ ਉਹ ਦੱਸਣਾ ਚਾਹਣ, ਆਪਣੇ ਆਪ ਜਦੋਂ ਡਿਲੀਵਰ ਹੋ ਗਿਆ ਉਹਨਾਂ ਨੂੰ ਆਪਣੇ ਆਪ ਉਹ ਪਤਾ ਲੱਗ ਜਾਣਾ, ਤਾਂ ਕਿ ਦੋ ਕੰਪਨੀਆਂ ਆਪਣਾ ਜਿਹੜਾ ਨੈਟਵਰਕ ਬਣਾ ਸਕਣ ਤੇ ਇੱਕ ਦੂਜੇ ਨਾਲ ਇਕੱਠਾ ਕੰਮ, ਟੈਕਨੋਲੋਜੀ ਨੂੰ ਯੂਜ਼ ਕਰਕੇ, ਟੈਕਨੋਲੋਜੀ ਨਾਲ ਇੱਕ ਕੋਲੈਬੋਰੇਸ਼ਨ ਤੇ ਆਟੋਮੇਸ਼ਨ। ਸਾਡਾ ਜਿਹੜਾ ਮੇਨ ਥੀਮ ਆ ਕਿ ਅਸੀਂ ਜਿਹੜਾ ਅਵਲ ਫਰੇਟ ਮੈਨੇਜਮੈਂਟ ਆ ਉਹਦੇ ਵਿੱਚ ਕੋਲੈਬੋਰੇਸ਼ਨ ਤੇ ਆਟੋਮੇਸ਼ਨ ਫੀਚਰ ਲੈ ਕੇ ਆ ਰਹੇ ਹਾਂ। ਸਾਨੂੰ ਬੜਾ ਆਸ ਹੈ ਕਿ ਜਿਹੜੇ ਕਸਟਮਰ ਸਾਡਾ ਸੌਫਟਵੇਅਰ ਯੂਜ਼ ਕਰਦੇ ਆ ਉਹ ਇਹ ਜਿਹੜੇ ਨਵੇਂ 2 ਫੀਚਰ ਆ ਇਹਦਾ ਬਹੁਤ ਹੀ ਫਾਇਦਾ ਉਹਨਾਂ ਨੂੰ ਮਿਲੇਗਾ। ਇਹ ਇੱਕ ਨਵਾਂ ਟ੍ਰੈਂਡ ਆ ਕਿ ਅਸੀਂ ਇਹ ਜਿਹੜੀ ਟਰਾਂਸਪੋਰਟੇਸ਼ਨ ਮਾਰਕੀਟ ਵਿੱਚ ਅਵਲ ਵਿਲ ਬੀ ਦ ਫਸਟ ਕੰਪਨੀ ਟੂ ਮੇਕ ਕਨੈਕਸ਼ਨ ਟੂ ਦੂਜਿਆਂ ਲੋਕਾਂ ਨੂੰ, ਦੂਜੀਆਂ ਕੰਪਨੀਆਂ ਨੂੰ ਕੋਲ ਲੈ ਕੇ ਆਉਗੀ, ਤਾਂ ਕਿ ਉਹ ਇੱਕ ਦੂਜੇ ਨਾਲ ਐਫੀਸ਼ੀਐਂਟਲੀ
ਟੈਕਨੋਲੋਜੀ ਦੀ ਯੂਜ਼ ਕਰਕੇ ਉਹ ਟੈਕਨੋਲੋਜੀ ਦਾ ਫਾਇਦਾ ਲੈ ਸਕਣ। ਜੀ, ਸੋ ਨਾਰਥ ਅਮਰੀਕਾ ਦੀ ਮਾਰਕੀਟ ਦੇ ਵਿੱਚ ਇਹ ਕੋਲੈਬੋਰੇਸ਼ਨ ਐਂਡ ਆਟੋਮੇਸ਼ਨ ਪਹਿਲੀ ਵਾਰੀ ਹੋ ਰਹੀ ਹੈ ਅਵਰ ਹਾਂਜੀ, ਟੈਕਨੋਲੋਜੀ ਡਿਫਰੈਂਟ ਮਤਲਬ ਦੂਜੀਆਂ ਕੰਪਨੀਆਂ ਨਾਲ। ਜੀ ਜੀ, ਅਸੀਂ ਇਸ ਸਾਲ ਆਲਰੇਡੀ ਲਾਂਚ ਕਰਤਾ ਸੀ ਫੀਚਰ ਕਿ ਜੇ ਤੁਸੀਂ ਇੱਕ ਓਨਰ ਦੀਆਂ 3 ਕੰਪਨੀਆਂ ਆ, ਉਹ ਆਲਰੇਡੀ ਕੋਲੈਬੋਰੇਟ ਕਰ ਸਕਦਾ, ਉਹ ਇੱਕ ਕੰਪਨੀ ਤੋਂ ਦੂਜੀ ਕੰਪਨੀ ਨੂੰ ਲੋਡ ਦੇ ਸਕਦਾ। ਉਹ ਅਸੀਂ ਇਸ ਸਾਲ ਫੀਚਰ ਰਿਲੀਜ਼ ਕੀਤਾ ਸੀ। ਹੁਣ ਜਿਹੜਾ ਇਹਨੂੰ ਅੱਗੇ ਲੈ ਕੇ ਜਾ ਰਹੇ ਆ, ਜਿਹੜਾ 2022 ਦੇ ਵਿੱਚ ਹੈ, ਉਹ ਤੁਸੀਂ ਦੂਜੀਆਂ ਕੰਪਨੀਆਂ ਨਾਲ ਕੋਲੈਬੋਰੇਟ ਕਰ ਸਕਦੇ ਆ, ਦੂਜੀ ਕੰਪਨੀਆਂ ਨਾਲ ਕਨੈਕਸ਼ਨ ਬਣਾ ਸਕਦੇ ਆ ਤੇ ਉਹਨਾਂ ਨਾਲ ਆਟੋਮੈਟਿਕਲੀ ਲੋਡ ਜਿਹੜੇ ਟੈਕਨੋਲੋਜੀ ਬਣਾ ਦੋਗੀ। ਤੁਹਾਨੂੰ ਮੈਨੂਅਲ ਲੋਡ ਬਣਾਉਣ ਦੀ, ਡਿਸਪੈਚਰ ਦਾ ਬਹੁਤ ਟਾਈਮ ਬਚ ਜਾਣਾ ਆ। ਕਿ ਪਹਿਲਾਂ ਕੀ ਹੁੰਦਾ ਸੀ ਕਿ ਤੁਹਾਨੂੰ ਕਨਫਰਮੇਸ਼ਨ ਆਉਂਦੀ ਆ, ਕਨਫਰਮੇਸ਼ਨ ਦੇਖ ਕੇ ਤੁਸੀਂ ਆਰਡਰ ਬਣਾਉਣੇ ਆ, ਉਹ ਬਣਾਦੇ ਕਈ ਵਾਰ ਡਿਲੇ ਹੋ ਜਾਂਦਾ ਸੀ ਨਾ, ਤੇ ਕਈ ਵਾਰ ਉਹਦੇ ਵਿੱਚ ਐਰਰ ਆ ਜਾਂਦਾ ਸੀ ਕਿ ਗ੍ਰੇਡ ਗਲਤ ਹੋ ਗਿਆ ਜਾਂ ਟੈਂਪਰੇਚਰ ਲਿਖਣਾ ਕਿ ਰੀਫਰ ਦਾ ਇੰਨਾ ਮੇਨਟੇਨ ਕਰਨਾ ਆ। ਕਈ ਵਾਰ ਉਹ ਹੁੰਦਾ ਕਿ ਟੈਂਪਰੇਚਰ ਉਹ ਤੇ ਗਲਤ ਲਿਖ ਹੋ ਜਾਂਦਾ, ਤਾਂ ਗਲਤ ਲਿਖਿਆ ਸਾਰਾ ਲੋਡ ਹੀ ਉਹ ਕਈ ਵਾਰ ਉਹ ਖਰਾਬ ਹੋ ਜਾਂਦੇ ਆ, ਕਿਉਂਕਿ ਜੇ ਪ੍ਰੋਪਰ ਟੈਂਪਰੇਚਰ ਨਾਲ ਕਿ ਹਿਊਮਨ ਐਰਰ ਆ ਜਾਂਦੀਆਂ। ਉਹ ਅਸੀਂ ਕਹਿੰਦੇ ਕਿ ਟੈਕਨੋਲੋਜੀ ਉਹ ਸਾਰੇ ਐਰਰ ਨੂੰ ਅਵੋਇਡ ਕਰੂਗੀ ਤੇ ਟਾਈਮ ਬਹੁਤ ਸੇਵਿੰਗ ਕਰੂਗੀ। ਜੀ ਜੀ, ਐਬਸੋਲੂਟਲੀ, ਵੀ ਲੁੱਕ ਫਾਰਵਰਡ ਟੂ ਦੈਟ। ਐਂਡ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਹੈਗੇ ਹੋ, ਅੱਜ ਦੀ ਡੇਟ ਦੇ ਵਿੱਚ ਜੇ ਗੱਲ ਕਰੀਏ ਤੇ ਟਰੱਕਿੰਗ ਇੰਡਸਟਰੀ ਦੇ ਵਿੱਚ ਕਿਹੜੇ-ਕਿਹੜੇ ਚੈਲੰਜਸ ਆਉਂਦੇ ਨੇ? ਦੇਖੋ, ਟਰੱਕਿੰਗ ਇੱਕ ਬਹੁਤ ਵੱਡੀ ਇੰਡਸਟਰੀ ਆ। ਜਦੋਂ ਇੱਕ ਤਾਂ ਜਿਹੜੇ ਆਪਰੇਸ਼ਨਲ ਆ, ਆਪਰੇਸ਼ਨ 'ਚ ਕਾਫੀ ਚੈਲੰਜ ਆਉਂਦੇ ਆ ਅੱਜ ਕੱਲ੍ਹ। ਨਾ ਕਿ ਟਰੱਕਿੰਗ ਕੰਪਨੀਜ਼, ਇੱਕ ਤਾਂ ਕੋਵਿਡ ਤੋਂ ਬਾਅਦ ਦੇਖਿਆ ਇੱਕ ਮੈਨ ਪਾਵਰ ਦੀ ਨਾ, ਹਿਊਮਨ ਰਿਸੋਰਸਿਸ ਦੀ ਬਹੁਤ ਪ੍ਰੋਬਲਮ ਆ ਰਹੀ ਆ ਕਿ ਟਰੱਕਿੰਗ ਕੰਪਨੀਆਂ ਦੇ ਵਿੱਚ ਜਿੱਦਾਂ ਹੁਣ ਡਰਾਈਵਿੰਗ ਇੱਕ ਮੇਨ ਜਿਹੜਾ ਜਦ ਤੱਕ ਡਰਾਈਵਰ ਨੇ ਟਰੱਕ ਡਰਾਈਵ ਕਰਕੇ ਲੋਡ ਚੁੱਕ ਕੇ ਡਿਲੀਵਰ ਨਹੀਂ ਕਰਨਾ, ਉਦ ਤੱਕ ਟਰੱਕਿੰਗ ਕੰਪਨੀ ਕੁਝ ਨਹੀਂ ਕਰ ਸਕਦੀ। ਇੱਕ ਤਾਂ ਚੈਲੰਜ ਆ ਕਾਫੀ ਟਰੱਕਿੰਗ ਕੰਪਨੀਆਂ ਨੂੰ ਨਾ, ਡਰਾਈਵਰ ਸ਼ਾਰਟੇਜ ਦੀ ਆ ਰਹੀ ਆ। ਪ੍ਰੋਫੈਸ਼ਨਲ ਡਰਾਈਵਰ ਜਿਹੜਾ ਦਾ ਐਕਸਪੀਰੀਅੰਸਡ ਆ, ਉਹ ਬਹੁਤ ਮੁਸ਼ਕਿਲ ਨਾਲ ਮਿਲਦੇ ਆ। ਦੂਜੀ ਫਿਰ ਇੰਸ਼ੋਰੈਂਸ ਦੇ ਚੈਲੰਜ ਆ ਰਹੇ ਆ ਕਿ ਇੰਸ਼ੋਰੈਂਸ ਅੱਜ ਕੱਲ੍ਹ ਕਾਫੀ, ਸਪੈਸ਼ਲੀ ਜੇ ਤੁਸੀਂ ਨਾਰਥ ਅਮਰੀਕਾ 'ਚ ਅੰਟਾਰੀਓ ਤੇ ਕਿਊਬੈਕ ਵਿੱਚ ਕਾਫੀ ਚੈਲੰਜ ਆ ਰਹੇ ਆ ਕਿ ਇੰਸ਼ੋਰੈਂਸ ਕੰਪਨੀਆਂ ਜੇ ਨਵੇਂ ਡਰਾਈਵਰ ਨੂੰ ਇੰਸ਼ੋਰ ਕਰਨਾ, ਜੇ ਤੁਸੀਂ ਨਵੀਂ ਟਰੱਕਿੰਗ ਕੰਪਨੀ ਸ਼ੁਰੂ ਕਰਨੀ ਆ, ਯੂ ਆਰ ਰੈਡੀ, ਤੁਹਾਡੇ ਕੋਲ ਟਰੱਕ ਰੈਡੀ ਆ, ਤੁਸੀਂ ਕਰਨਾ ਚਾਹੁੰਦੇ ਆ, ਪਰ ਚੈਲੰਜ ਆ ਰਹੇ ਆ ਕਿ ਇੱਕ ਤਾਂ ਐਕਸਪੀਰੀਅੰਸ ਡਰਾਈਵਰ ਨਹੀਂ ਮਿਲ ਰਹੇ, ਫਿਰ ਜੇ ਮਿਲਦੇ ਆ ਫਿਰ ਇੰਸ਼ੋਰੈਂਸ ਦੀ ਪ੍ਰੋਬਲਮ ਆ ਰਹੀ ਆ। ਤੇ ਬਾਕੀ ਜਿਹੜਾ ਆ ਕਿ ਜਿਹੜੇ ਕੋਵਿਡ ਕਰਕੇ ਦੇਖੋ ਜਿਹੜੀ ਸਪਲਾਈ ਚੇਨ ਦੀ ਡਿਸਰਪਸ਼ਨ ਆਈ ਆ, ਉਹ ਵੀ ਇੱਕ ਬਹੁਤ ਵੱਡਾ ਚੈਲੰਜ ਆ ਕਿ ਜਿਹੜੇ ਰੈਗੂਲਰ ਸ਼ਿਪਮੈਂਟਸ ਆ ਉਹ ਕਾਫੀ ਉਹਦੇ ਨਾਲ ਇਫੈਕਟ ਹੋਈਆਂ ਆ। ਤੇ ਜਿਹੜੇ ਰੈਗੂਲਰ ਡੈਡੀਕੇਟਡ ਰਨਸ ਲੋਕਾਂ ਜਿਹੜੇ ਟਰੱਕਿੰਗ ਕੰਪਨੀਆਂ ਲੈ ਰਹੀਆਂ ਸਨ, ਉਹਨਾਂ ਵਿੱਚ ਹੁਣ ਕਾਫੀ ਚੇਂਜਸ ਆ ਰਹੀਆਂ ਆ ਕਿ ਜਿਹੜੀ ਸਪਲਾਈ ਚੇਨ ਮੈਨੇਜਮੈਂਟ ਦੀ ਜਿਹੜੀ ਸ਼ਾਰਟੇਜ ਆ ਰਹੀ ਆ, ਉਹਦੇ ਕਰਕੇ ਟਰੱਕਿੰਗ ਨੂੰ ਵੀ ਇਫੈਕਟ ਹੋ ਰਿਹਾ। ਪਰ ਆਈ ਹੋਪ ਕਿ ਜਿੱਦਾਂ ਕਿ ਸਾਰਾ ਬੈਕ ਟੂ ਨਾਰਮਲ ਹੋ ਰਿਹਾ ਸਾਰਾ এনवायरमेंट, ਕਿ ਜਿਹੜੀ ਆ ਮੈਨੂਫੈਕਚਰਿੰਗ ਫੁੱਲ ਫਲੈਜ ਕਪੈਸਿਟੀ ਨਾਲ ਚੱਲ ਪਊਗੀਆਂ ਤੇ ਹੋਪਫੁਲੀ 2022 ਚ ਅਸੀਂ ਆਸ ਰੱਖ ਸਕਦੇ ਹਾਂ ਕਿ ਟਰੱਕਿੰਗ ਬੈਕ ਟੂ ਆਪਣੀ ਟਰੈਕ ਤੇ ਆ ਜਾਊਗੀ ਤੇ ਜਿਹੜੇ ਚੈਲੰਜਸ ਦਾ ਟੈਕਨੋਲੋਜੀ ਨਾਲ ਤੇ ਬਿਜ਼ਨਸ ਮੈਨੇਜਮੈਂਟ ਨਾਲ ਤਰੀਕੇ ਨਾਲ ਅਸੀਂ ਉਹਨੂੰ ਹੱਲ ਕਰ ਸਕਦੇ ਹਾਂ। ਜੀ, ਲਾਸਟ ਕੁਐਸਚਨ ਬਿਫੋਰ ਆਈ ਲੈਟ ਯੂ ਗੋ। ਅਸੀਂ ਹਮੇਸ਼ਾ ਦੇਖਿਆ ਕਿ ਅਵਲ ਟੈਕਨੋਲੋਜੀ ਵੱਲੋਂ ਫੈਸਟੀਵਲ ਸੀਜ਼ਨ ਦੇ ਵਿੱਚ ਵੱਖ-ਵੱਖ ਸੈਲੀਬ੍ਰੇਸ਼ਨਸ ਕੀਤੀਆਂ ਜਾਂਦੀਆਂ ਨੇ। ਦੇयर इज ਦੀਵਾਲੀ ਪਾਰਟੀ, देयर इज ਕ੍ਰਿਸਮਸ ਪਾਰਟੀ, ਪਰ ਪੈਂਡੇਮਿਕ ਕਰਕੇ ਪਿਛਲੇ ਸਾਲ ਕੈਂਸਲ ਕਰ ਦਿੱਤੀਆਂ ਗਈਆਂ ਸੀ, ਕਾਫੀ ਸਾਰੀ ਸੈਲੀਬ੍ਰੇਸ਼ਨਸ ਨਹੀਂ ਹੋਈਆਂ ਸੀ। ਹੁਣ ਸਭ ਕੁਝ ਰੀਓਪਨ ਹੋ ਗਿਆ ਕਿ ਇਸ ਸਾਲ ਵੀ ਸੈਲੀਬ੍ਰੇਸ਼ਨਸ ਕੀਤੀਆਂ ਜਾਣਗੀਆਂ? ਹਾਂਜੀ, ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਹੁਣ ਜਾਂ ਪਿਛਲੇ ਸਾਲ ਅਸੀਂ ਨਾ ਕੈਨੇਡਾ ਵਿੱਚ ਕ੍ਰਿਸਮਸ ਦੀ ਪਾਰਟੀ ਮਨਾ ਸਕੇ ਤੇ ਨਾ ਇੰਡੀਆ ਵਿੱਚ ਦੀਵਾਲੀ ਦੀ ਪਾਰਟੀ ਮਨਾ ਸਕੇ ਹਾਂ। ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਅਕਤੂਬਰ 22 ਨੂੰ ਅਸੀਂ ਗੁੜਗਾਉਂ ਦੇ ਵਿੱਚ ਆਪਣਾ ਕਾਰਪੋਰੇਟ ਦੀਵਾਲੀ ਸੈਲੀਬ੍ਰੇਸ਼ਨ ਆਪਣੀ 7ਵੀਂ ਦੀਵਾਲੀ ਪਾਰਟੀ ਦੁਆਰਾ ਮਨਾਈ ਆ ਤੇ ਸਾਰੇ ਸਾਡੇ ਸਟਾਫ ਨੇ, ਉਹਨਾਂ ਦੀ ਫੈਮਲੀਜ਼ ਨੇ ਬਹੁਤ ਇੰਜੋਏ ਕੀਤਾ ਆ। ਤੇ ਅਸੀਂ ਆਸ ਕਰਦੇ ਹਾਂ ਕਿ ਕੈਨੇਡਾ ਦੇ ਵਿੱਚ ਹਜੇ ਵੀ ਥੋੜੀ ਰਿਸਟ੍ਰਿਕਸ਼ਨ ਹੈਗੀ ਆ ਕਿਉਂਕਿ ਬੈਂਕਟ ਹਾਲ ਇੱਥੇ 50% ਕਪੈਸਿਟੀ ਨਾਲ ਚੱਲ ਰਿਹਾ ਤੇ ਮੈਨੂੰ ਹਜੇ ਅਸੀਂ ਪਲਾਨ ਕਰ ਰਹੇ ਹਾਂ ਕਿ ਇਸ ਸਾਲ ਅਸੀਂ ਬਣਾ ਸਕੀਏ ਕਾਰਪੋਰੇਟ ਕਿ ਨਹੀਂ, ਪਰ ਅਸੀਂ ਹਰ ਕੋਸ਼ਿਸ਼ ਕਰੀਦੀ ਆ ਕਿ ਜਿਹੜੇ ਕੈਨੇਡਾ ਵਿੱਚ ਅਸੀਂ ਸਾਰੇ ਆਪਣੇ ਕਸਟਮਰਾਂ ਨੂੰ ਇਕੱਠਾ ਕਰੀਏ, ਸੈਲੀਬ੍ਰੇਸ਼ਨ ਕਰੀਏ ਤੇ ਇੰਡੀਆ ਵੀ ਜਿਹੜਾ ਵੀ ਕੋਈ ਦਿਨ ਤਿਉਹਾਰ ਹੋਵੇ ਅਸੀਂ ਮਿਹਨਤ ਵੀ ਕਰੀਏ ਤੇ ਫਿਰ ਮਿਹਨਤ ਨਾਲ ਸਾਰੇ ਇਕੱਠੇ ਮਿਲ ਕੇ ਇੰਜੋਏ ਵੀ ਕਰੀਏ। ਇਹ ਸਾਡਾ ਹਮੇਸ਼ਾ ਕੋਸ਼ਿਸ਼ ਹੁੰਦੀ ਆ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਰਿਆਂ ਨੇ ਸਾਡੀ ਦੀਵਾਲੀ ਦੀ ਪਾਰਟੀ ਬਹੁਤ ਹੀ ਇੰਜੋਏ ਕੀਤੀ। ਜੀ, ਬਹੁਤ ਧੰਨਵਾਦ ਦਾਰਾ ਨਾਗਰਾ ਜੀ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਅਤੇ ਆਪਣੇ ਐਕਸਪੀਰੀਐਂਸਸ, ਆਪਣੀ ਸਾਰੀ ਜਾਣਕਾਰੀ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਲਈ। ਇਟ ਵਾਸ ਨਾਈਸ ਟਾਕਿੰਗ ਟੂ ਯੂ। ਜਸਲੀਨ, ਤੁਹਾਡਾ ਵੀ ਸਾਡੇ ਆਫਿਸ ਵਿੱਚ ਆਉਣਾ ਬਹੁਤ ਤੁਹਾਡਾ ਬਹੁਤ ਧੰਨਵਾਦ ਆ ਤੇ ਅਸੀਂ ਆਸ ਰੱਖਦੇ ਹਾਂ ਕਿ PTC ਦੇ ਨਾਲ ਸਾਡੀ ਅੱਜ ਦੀ ਕੋਲੈਬੋਰੇਸ਼ਨ ਅੱਗੇ ਵੀ ਹੋਰ ਵਧੇਗੀ। ਤੁਹਾਡਾ ਇੱਕ ਵਾਰ ਬਹੁਤ ਤੁਹਾਡਾ ਤੇ ਸਾਰਿਆਂ ਦਾ ਧੰਨਵਾਦ ਜੀ। ਸਤਿ ਸ਼੍ਰੀ ਅਕਾਲ।
ਸੋ ਇਨਫੋਕਸ ਦੇ ਵਿੱਚ ਇਹ ਸੀ ਸਾਡੀ ਖਾਸ ਮੁਲਾਕਾਤ ਅਵਲ ਟੈਕਨੋਲੋਜੀ ਦੇ CEO ਦਾਰਾ ਨਾਗਰਾ ਜੀ ਦੇ ਨਾਲ। ਜੇ ਤੁਹਾਡਾ ਕੋਈ ਸਵਾਲ ਹੈ ਜਾਂ ਫਿਰ ਆਪਣਾ ਕੋਈ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਸਾਨੂੰ ਜ਼ਰੂਰ ਲਿਖ ਕੇ ਭੇਜੋ feedback@ptcnetwork.com ਤੇ। ਮਿਲਾਂਗੇ ਅਗਲੇ ਹਫਤੇ, ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਤੁਸੀਂ ਬਣੇ ਰਹੋ PTC ਨਿਊਜ਼ ਦੇ ਨਾਲ।